ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:14 ਹੋਏ ਨੇ। 29 ਜੁਲਾਈ ਦਾ ਦਿਨ ਹੈ, ਵਰਾ 2021 ਦਾ, ਤੇ ਵੀਰਵਾਰ ਹੋ ਗਿਆ 14 ਸੌਣ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰਾਂਗੇ ਸਰਦਾਰ ਨਵਕਿਰਨ ਸਿੰਘ ਪੱਤੀ ਦੇ ਨਾਲ, ਤੇ ਫਿਰ ਇੱਕ ਛੋਟੀ ਜਿਹੀ ਇੰਟਰਵਿਊ ਤੋਂ ਬਾਅਦ ਵੀਰਵਾਰ ਦਾ ਦਿਨ ਮੂਲ ਵਾਸੀਆਂ ਦੇ ਲਈ ਹੁੰਦਾ ਹੈ। ਮੂਲ ਵਾਸੀਆਂ ਦੀ ਜ਼ਿੰਦਗੀ, ਕੁਦਰਤ ਨਾਲ ਇਹਨਾਂ ਦਾ ਪਿਆਰ ਤੇ ਕੁਦਰਤ ਦਾ ਵਿਨਾਸ਼ ਜਿਹੜਾ ਹੁਣ ਹੋ ਰਿਹਾ ਹੈ, ਉਹਨੇ ਕਿੱਥੇ ਸਾਨੂੰ ਲੈ ਕੇ ਜਾਣਾ। ਹਰ ਸਾਲ ਕੁਦਰਤੀ ਆਫਤਾਂ ਜਿਹੜੀਆਂ ਆਉਂਦੀਆਂ ਨੇ, ਯੂਰਪ ਅੱਧਾ ਹੜਿਆ ਪਿਆ, ਬੁਰੇ ਹਾਲ ਹੋ ਗਏ, ਬਣੇ ਬਣਾਏ ਘਰ ਰੁੜ ਗਏ, ਪਰ ਬੰਦਾ ਨਹੀਂ ਹਟ ਰਿਹਾ। ਗ੍ਰੀਨਲੈਂਡ ਦੇ ਆਲੇ ਦੁਆਲੇ ਤੇ ਆਰਟਿਕ ਦੀ ਬਰਫ਼ ਬਹੁਤ ਜਲਦੀ ਤੋਂਦੇ ਜਿਹੜੇ ਨੇ ਪਿਘਲ ਰਹੇ ਨੇ, ਤੇ ਉੱਧਰ ਅੰਟਾਰਕਟਿਕਾ ਦੇ ਵਿੱਚ ਬਰਫ਼ ਪਿਘਲ ਰਹੀ ਹੈ। ਹੜੱਲੂ ਨਹੀਂ ਆਊ ਤਾਂ ਆਊ ਕਿੱਥੇ, ਪਾਣੀ ਜਾਣਾ ਕਿੱਥੇ ਹੈ। ਇਸ ਦੀ ਗੱਲਬਾਤ ਹੋਊ। ਇਹ ਕੁਦਰਤ ਨੂੰ ਕਿਵੇਂ ਪਿਆਰ ਕਰਦੇ ਸੀ, ਇਹਨਾਂ ਦੀ ਸਿਮਿਲੈਰਿਟੀ ਸਾਡੀ ਜ਼ਿੰਦਗੀ ਨਾਲ ਪੰਜਾਬ ਦੇ ਵਿੱਚ ਕਿਵੇਂ ਮਿਲਦੀ ਸੀ। ਅੱਜ ਤੋਂ 40 ਵਰ੍ਹੇ ਪਹਿਲਾਂ ਪੰਜਾਬ ਕਿਹੋ ਜਿਹਾ, 50 ਸਾਲ ਪਹਿਲਾਂ ਕਿਹੋ ਜਿਹਾ ਪੰਜਾਬ ਸੀ। ਇਸ ਦੇ ਨਾਲ ਹੀ ਇੱਕ ਇੰਡੀਜਨਸ ਇਸਤਰੀ ਦੀ ਵੀ ਗੱਲ ਕਰਨੀ ਹੈ ਅੱਜ ਮੈਂ, ਜਿਸ ਨੇ ਇੱਕ ਅਰਦਾਸ 'ਚ ਜਿਹੜੀ ਸ਼ਾਮਲ ਹੋਈ। ਕੈਮਲੂਪਸ ਦੇ ਵਿੱਚ ਬੱਚਿਆਂ ਦੀਆਂ ਜਿਹੜੀਆਂ ਕਬਰਾਂ ਮਿਲੀਆਂ, ਉਹਦੇ 'ਚ ਕਿਸੇ ਨੇ ਫੋਟੋ ਖਿੱਚਤੀ। ਦੁੱਖ 'ਚ ਖੜੀ ਇਸਤਰੀ ਦੀ ਬਿਨਾਂ ਕੰਸੈਂਟ ਤੋਂ ਫੋਟੋ $600 ਆਨਲਾਈਨ ਵੇਚਣ ਲਾਤੀ। ਸੋ ਇਹ ਵੀ ਨਾਲ ਇੱਕ ਸੁਨੇਹਾ ਅੱਜ ਕਿ ਕਿਸੇ ਦੀ ਪਿਕਚਰ ਬਿਨਾਂ ਕਿਸੇ ਦੀ ਸਹੀ ਤੋਂ, ਕੰਸੈਂਟ ਤੋਂ, ਜੇ ਤੁਸੀਂ ਸੋਸ਼ਲ ਮੀਡੀਆ 'ਤੇ ਪਾਉਂਦੇ ਹੋ, ਉਸ ਦਾ ਕੀ ਚੱਕਰ ਪੈ ਸਕਦਾ। ਤੇ ਵੀਰਵਾਰ ਦਾ ਦਿਨ ਇਹਨਾਂ ਦੇ ਲਈ ਹੁੰਦਾ ਹੈ। ਆਉਣ ਵਾਲੇ ਵੀਰਵਾਰ ਤੋਂ ਕੁਝ ਹੋਰ ਖਾਸ ਇਹਨਾਂ ਦੀਆਂ ਸ਼ਖਸੀਅਤਾਂ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ। ਪਿਛਲੇ ਹਫਤੇ ਦੀ ਤੁਸੀਂ ਜਿਹੜੀ ਇੰਟਰਵਿਊ ਆ ਬੜੀ ਪਸੰਦ ਕੀਤੀ, ਮਰਸੀਆ ਦੇ ਨਾਲ ਤੇ ਉਸ ਦੀ ਧੀ ਰਾਣੀ ਦੇ ਨਾਲ। ਗੁੱਤ 'ਚ ਪਾਉਣ ਵਾਲੇ ਰੁਮਾਲ ਜਿਹੜੇ ਨੇ ਤੁਸੀਂ ਆਰਡਰ ਵੀ ਕਰ ਰਹੇ ਹੋ। ਬਹਿ ਜਾ ਕਰਾਤੀ। 604-204-0600 ਆਨ ਏਅਰ ਨੰਬਰ ਰਹੇਗਾ, ਤੇ 604-729-1224 WhatsApp ਟੈਕਸਟ ਦਾ ਨੰਬਰ ਹੈ। ਭੁੱਲ ਕੇ ਕਿਸੇ ਨੂੰ ਮੰਦਾ ਨਾ ਬੋਲੀ, ਸਾਰੇ ਆਪਣੇ ਨੇ, ਉਹਦਾ ਗੈਰ ਕੋਈ ਨਹੀਂ। ਗੈਰ ਕਿਸੇ ਨੂੰ ਕਦੇ ਜੇ ਕਹਿ ਬੈਠੋ, ਫਿਰ ਸਮਝ ਲੈ ਤੇਰੀ ਵੀ ਖੈਰ ਕੋਈ ਨਹੀਂ। ਉਹ ਤੇ ਅਰਸ਼ ਹੈ, ਉਹ ਤੇ ਅਰਸ਼ ਅਤੇ ਫਰਸ਼ ਦਾ ਹੈ ਵਾਰਸ, ਜਿਹੜੀ ਜਗ੍ਹਾ ਦੀ ਕਰਦਾ ਉਹ ਸੈਰ ਕੋਈ ਨਹੀਂ। ਮਾਲਕ ਭਰੇ ਝੋਲੀ ਸਾਰੇ ਬੰਦਿਆਂ ਦੀ, ਦਾਮਨ ਉਸ ਦਾ ਕਿਸੇ ਨਾਲ ਵੈਰ ਕੋਈ ਨਹੀਂ। ਦਾਮਨ ਉਸ ਦਾ ਕਿਸੇ ਨਾਲ ਵੈਰ ਕੋਈ ਨਹੀਂ। ਉਸਤਾਦ ਦਾਮਨ ਜੀ ਲਿਖਦੇ ਨੇ। ਬਾਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਹੋ। 604-204-0600 ਆਨ ਏਅਰ ਨੰਬਰ ਹੈ, ਤੇ 604-729-1224 WhatsApp ਤੇ ਟੈਕਸਟ ਲਈ ਨੰਬਰ ਹੈ, ਜਿੱਥੇ ਤੁਸੀਂ ਸਿੱਧਾ ਮੈਨੂੰ ਕੋਈ ਸੁੱਖ ਸੁਨੇਹਾ ਭੇਜਣਾ ਹੈ, ਕੋਈ ਗੱਲਬਾਤ, ਕੋਈ ਖਬਰ ਵੇਖਦੇ ਹੋ, ਖਬਰ ਦੀ ਖਬਰ ਲੈਣੀ ਹੈ, ਇਸ ਨੰਬਰ 'ਤੇ 6047291224 'ਤੇ ਸੁਨੇਹਾ ਭੇਜਣਾ। ਤੇ ਸਰਦਾਰ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ। ਸਰਦਾਰ ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਕੈਪਟਨ ਭਤੀਜੇ ਨੂੰ ਕਹਿੰਦਾ ਹੈ ਵੀ ਕੰਮ ਕੋਈ ਨਹੀਂ, ਸਰਕਾਰ ਦਾ ਕੰਮ ਬਹੁਤ ਵਧੀਆ ਚੱਲ ਰਿਹਾ। ਉਧਰ ਪਟਿਆਲੇ ਦੇ ਵਿੱਚ ਬਹੁਤ ਵੱਡਾ ਅੱਜ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਨੇ ਬਹੁਤ ਵੱਡਾ ਇੱਕ ਮੁਜ਼ਾਹਰਾ ਕੀਤਾ, ਇਹਦੇ ਬਾਰੇ ਦੱਸੋ। ਜੀ ਗਿੱਲ ਸਾਹਿਬ, ਪਿਛਲੇ 4.5 ਸਾਲ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਇਕੱਠ ਪਟਿਆਲੇ ਦੀਆਂ ਸੜਕਾਂ ਤੇ ਦੇਖਣ ਨੂੰ ਮਿਲਿਆ। ਮੀਂਹ ਦਾ ਮਾਹੌਲ ਸੀ। ਪਹਿਲਾਂ ਇਹ ਜਿਹੜੀ ਰੈਲੀ ਆ, ਇਹ ਪੁੱਡਾ ਗਰਾਊਂਡ ਦੇ ਵਿੱਚ ਰੱਖੀ ਹੋਈ ਸੀ। ਪੁੱਡਾ ਗਰਾਊਂਡ ਦੇ ਵਿੱਚ ਇਕੱਠ ਹੋਣਾ ਸੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ। ਇੱਕ ਮੈਂ ਦੱਸਦਾ ਚੱਲਾਂ ਕਿ ਮੁਲਾਜ਼ਮਾਂ ਦੀਆਂ ਜਿੰਨੀਆਂ ਫੈਡਰੇਸ਼ਨਾਂ ਨੇ, ਉਹ ਸਾਰੀਆਂ ਫੈਡਰੇਸ਼ਨਾਂ ਇੱਕ ਮੰਚ ਦੇ ਉੱਤੇ ਨੇ। ਜਿੰਨੀਆਂ ਮੁਲਾਜ਼ਮਾਂ ਦੀਆਂ ਯੂਨੀਅਨਾਂ ਨੇ, ਅਧਿਆਪਕਾਂ ਤੋਂ ਲੈ ਕੇ, ਡਾਕਟਰਾਂ ਤੋਂ ਲੈ ਕੇ, ਸਟਾਫ ਨਰਸਾਂ ਤੋਂ ਲੈ ਕੇ, ਕਲਰਕਾਂ ਤੋਂ ਲੈ ਕੇ, ਪਟਵਾਰੀਆਂ, ਕਾਨੂੰਗੋਆਂ, ਸਾਰੀਆਂ ਯੂਨੀਅਨ ਇੱਕ ਪਲੇਟਫਾਰਮ ਦੇ ਉੱਤੇ ਨੇ। ਮੁਲਾਜ਼ਮਾਂ ਨੇ ਦੇਖ ਲਿਆ ਕਿ ਪਿਛਲੇ
17 ਸਾਲਾਂ ਦੇ ਵਿੱਚ ਸਾਡੇ ਪੱਲੇ ਕੁਝ ਨਹੀਂ ਪਿਆ। ਅਸੀਂ ਲੱਗੋ ਅਲੱਗ ਯੂਨੀਅਨਾਂ ਬਣਾਉਂਦੇ ਰਹੇ। ਹੁਣ ਇੱਕ ਪਲੇਟਫਾਰਮ ਦੇ ਉੱਤੇ ਕੋਆਰਡੀਨੇਸ਼ਨ ਬਣਾ ਕੇ ਇਕੱਠੇ ਹੋਈਏ ਤਾਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਪੰਜਾਬ ਦੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ। ਅੱਜ ਪੁੱਡਾ ਗਰਾਊਂਡ 'ਚ ਰੈਲੀ ਕਰਨੀ ਸੀ, ਮੀਂਹ ਕਰਕੇ ਸਰਹੰਦ ਵਾਲੀ ਸਾਈਡ ਜਿਹੜੀ ਅਨਾਜ ਮੰਡੀ ਹੈ ਉੱਥੇ ਸਭ ਤੋਂ ਪਹਿਲਾਂ ਰੈਲੀ ਕੀਤੀ ਗਈ। ਉਹ ਪਟਿਆਲੇ ਦਾ ਦੂਸਰਾ ਸਿਰ ਹੈ, ਉੱਥੋਂ ਕਾਫੀ ਕਿਲੋਮੀਟਰ ਪੈ ਜਾਂਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਘਰ। ਗਿੱਲ ਸਾਹਿਬ 70 80 ਸਾਲ ਦੇ ਬਜ਼ੁਰਗ ਪੈਨਸ਼ਨਰ ਤੇ ਮੁਲਾਜ਼ਮ, ਕੱਚੇ ਕਾਮੇ, ਕੰਟਰੈਕਟ ਬੇਸਡ ਸਾਰੇ ਇਕੱਠੇ ਹੋ ਕੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ ਨੂੰ ਤੁਰ ਪਏ। ਲਗਭਗ 1 ਲੱਖ ਤੋਂ ਉੱਤੇ ਦਾ ਇਕੱਠ ਦੱਸਦੇ ਨੇ ਔਰ ਪੁਲਿਸ ਨੇ ਖੁਦ 50,000 ਤੋਂ ਵੱਧ ਲੋਕਾਂ ਦੇ ਇਕੱਠ ਦੇ ਪ੍ਰਬੰਧ ਕੀਤੇ ਹੋਏ ਸੀ। ਉਹ ਪ੍ਰਬੰਧ ਨੇ ਜਿਹੜੇ ਪੁਲਿਸ ਦੇ ਆਪ ਇਹਨਾਂ ਦੀ ਇੰਟੈਲੀਜੈਂਸੀਆਂ ਦੱਸਦੀਆਂ ਨੇ ਘੱਟ ਪੈ ਗਏ ਔਰ ਕਈ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਆ ਜਿਹੜੀ ਉੱਥੇ ਬੁਲਾਈ ਹੋਈ ਸੀ। ਸੋ ਇੱਕ ਵੱਡਾ ਲਾਮਸਾਲ ਇਕੱਠ ਸੀ। ਮੇਨਲੀ ਜਿਹੜਾ ਇਹ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਲੈ ਕੇ ਆਏ ਨੇ ਉਹਦੇ ਤੇ, ਇਸ ਤੋਂ ਇਲਾਵਾ ਕੱਚੇ ਕਾਮੇ ਪੱਕੇ ਕਰਨੇ, ਇਸ ਤੋਂ ਇਲਾਵਾ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹ ਸਾਰੀਆਂ ਮੰਗਾਂ ਦੇ ਉੱਤੇ ਕੰਸਨਟ੍ਰੇਟ ਕਰਕੇ ਜਿਹੜਾ ਇਹ ਪੂਰਾ ਪ੍ਰੋਗਰਾਮ ਰੱਖਿਆ ਹੋਇਆ ਸੀ। ਤੇ ਜਿਉਂ ਹੀ ਗਿੱਲ ਸਾਹਿਬ ਅੱਜ ਪ੍ਰੋਟੈਸਟ ਸ਼ੁਰੂ ਹੋਇਆ ਤਾਂ ਮੁਲਾਜ਼ਮਾਂ ਕਾਫੀ ਹੌਸਲੇ ਦੇ ਵਿੱਚ ਸੀ ਔਰ ਉੱਥੋਂ ਉਹਨਾਂ ਨੇ ਦੱਸਿਆ ਕਿ ਸੜਕਾਂ ਦੇ ਉੱਤੇ ਪ੍ਰੋਟੈਸਟ ਕਿਵੇਂ ਕਰੀਦਾ, ਕਿਉਂਕਿ ਇੱਕ ਤਾਂ ਇਹ ਗੱਲ ਹੋ ਗਈ ਕਿ ਪਹਿਲਾਂ ਇਹ ਸ਼ਹਿਰ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਦਾ ਸ਼ਹਿਰ ਸੀ ਤੇ ਹੁਣ ਕਾਂਗਰਸ ਦੇ ਪ੍ਰਧਾਨ ਦਾ ਸ਼ਹਿਰ ਵੀ ਆ। ਸੋ ਦੋਨੇ ਸਿੱਧੂਆਂ ਦਾ ਸ਼ਹਿਰ ਆ ਪਟਿਆਲਾ, ਤੇ ਅੱਜ ਪਟਿਆਲੇ ਦੇ ਵਿੱਚ ਗੱਲ ਤੇ ਗੋਡਾ ਧਰਿਆ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ। ਧੱਕਾ ਮੁੱਕੀ ਵੀ ਹੋਈ ਹੈ ਗਿੱਲ ਸਾਹਿਬ, ਪੱਗਾਂ ਵੀ ਲੱਥੀਆਂ ਨੇ ਔਰ ਪੁਲਿਸ ਨੇ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਲੇਕਿਨ ਲੱਖਾਂ ਦੇ ਇਕੱਠ ਮੂਹਰੇ ਪੁਲਿਸ ਟਿਕ ਨਹੀਂ ਪਾਈ ਔਰ ਕੁਛ ਦੀਆਂ ਪੱਗਾਂ ਲੱਥੀਆਂ, ਬੈਰੀਗੇਡ ਤੋੜ ਕੇ ਮੁਲਾਜ਼ਮ ਅੱਗੇ ਲੰਘ ਗਏ। ਉਸ ਤੋਂ ਬਾਅਦ ਫਿਰ ਗੱਲਬਾਤ ਸ਼ੁਰੂ ਹੋਈ, ਅਫਸਰ ਆ ਗਏ ਵੱਡੇ ਵੱਡੇ, ਤੇ ਫਿਰ ਇਹ ਹੋਇਆ ਕਿ ਤੁਹਾਡੀ ਮੀਟਿੰਗ ਕਰਾਉਣੇ ਆ। ਕੱਲ ਨੂੰ ਮੀਟਿੰਗ ਫਿਕਸ ਹੋ ਚੁੱਕੀ ਹੈ ਜੀ। ਕੈਬਨਿਟ ਸਬ ਕਮੇਟੀ ਬਣੀ ਹੋਈ ਹੈ ਜਿਹੜੀ, ਉਹਦੇ ਨਾਲ ਬ੍ਰਹਮ ਮਹਿੰਦਰਾ ਹੋਣਗੇ ਕੈਬਨਿਟ ਮੰਤਰੀ, ਚਰਨਜੀਤ ਚੰਨੀ ਹੋਣਗੇ ਤੇ ਸੁਖਜਿੰਦਰ ਰੰਧਾਵਾ, ਮਨਪ੍ਰੀਤ ਬਾਦਲ ਸਮੇਤ ਕਈ ਸੀਨੀਅਰ ਮੰਤਰੀ ਨੇ ਜਿਹੜੇ ਉਹ ਹੋਣਗੇ। ਸੋ ਕੱਲ ਨੂੰ ਮੁਲਾਜ਼ਮਾਂ ਦੀ ਜਿਹੜੀ ਮੀਟਿੰਗ ਆ ਉਹ ਹੋਊਗੀ। ਮੁਲਾਜ਼ਮਾਂ ਨੇ ਕਿਹਾ ਜੇ ਮੰਗਾਂ ਮੰਨ ਲਈਆਂ ਠੀਕ ਆ, ਨਹੀਂ ਇਦੋਂ ਵੱਡਾ ਇਕੱਠ ਲੈ ਕੇ ਦੁਬਾਰੇ ਫੇਰ ਆਵਾਂਗੇ ਪਟਿਆਲੇ ਜੀ। ਅੱਛਾ, ਦਿੱਲੀ ਸੰਸਦ ਦੇ ਵਿੱਚ ਵਿਰੋਧੀ ਕੀ ਕਰ ਰਹੇ ਨੇ? ਡਰਾਮਾ ਕਰਦੇ ਆ ਜਾਂ ਕੋਈ ਫਾਇਦਾ ਵੀ ਖਾਊਗਾ? ਗਿੱਲ ਸਾਹਿਬ ਐਤਕੀ ਤਾਂ ਉਹ ਵੀ ਤਖਤੀਆਂ ਚੱਕੀ ਫਿਰਦੇ ਨੇ ਜਿਹੜੇ ਹਾਜ਼ਰੀ ਲਵਾ ਕੇ ਮੁੜ ਆਉਂਦੇ ਸੀ, ਕਈ ਤਾਂ ਜਾਂਦੇ ਹੀ ਨਹੀਂ ਸੀ। ਪਿਛਲੀ ਵਾਰ ਸੰਸਦ ਦੇ ਜਿਹੜੇ 5 ਸਾਲ ਦਾ ਸੈਸ਼ਨ ਚੱਲਿਆ ਉਹਦੇ ਚ ਕਈ ਤਾਂ ਇਹੋ ਜਿਹੇ ਸੀ, ਇੱਕ ਆਮ ਆਦਮੀ ਪਾਰਟੀ ਦੇ ਖਾਲਸਾ ਜੀ ਜਿੱਤੇ ਸੀ, ਉਹਨਾਂ ਨੇ ਤਾਂ ਦਰਸ਼ਨ ਹੀ ਘੱਟ ਦਿੱਤੇ ਸੀ। ਸੋ ਐਤਕੀ ਠੀਕ ਹੈਗਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ ਉਹ ਬਹੁਤ ਘੱਟ ਆਉਂਦੇ ਨੇ। ਸਨੀ ਦਿਓਲ ਤਾਂ ਮੈਂ ਇੱਕ ਦਿਨ ਦੇਖਿਆ ਗੇੜਾ ਮਾਰਦਾ ਗੁਰਦਾਸਪੁਰ ਜਿੱਤ ਕੇ ਗਿਆ ਜਿਹੜਾ, ਤੇ ਨਹੀਂ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ, ਪਤੀ ਪਤਨੀ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨਾਲ ਭੂੰਦੜ ਸਾਹਿਬ ਹੁੰਦੇ ਨੇ ਔਰ ਹਰ ਰੋਜ਼ ਸਵੇਰੇ ਜਾ ਕੇ ਗਿੱਲ ਸਾਹਿਬ ਇਹ ਜਦੋਂ ਅਜੇ ਮੰਤਰੀ ਆ ਰਹੇ ਹੁੰਦੇ ਨੇ ਕੇਂਦਰ ਦੇ, ਤਖਤੀਆਂ ਲੈ ਕੇ ਖੜ ਜਾਂਦੇ ਨੇ ਵੀ ਕਾਲੇ ਕਾਨੂੰਨ ਰੱਦ ਕਰੋ, ਤੇ ਉੱਥੇ ਲਿਜਾ ਕੇ ਖੜਦੇ ਨੇ। ਔਰ ਉਧਰੋਂ ਕਾਂਗਰਸ ਪਾਰਟੀ ਵਾਲੇ ਨੇ, ਮੁਹੰਮਦ ਸਦੀਕ, ਰਵਨੀਤ ਬਿੱਟੂ, ਗੁਰਜੀਤ ਔਜਲਾ, ਪ੍ਰਤਾਪ ਸਿੰਘ ਬਾਜਵਾ, ਇਹ ਸਾਰੇ ਜਿਹੜੇ ਜਾ ਕੇ ਉੱਥੇ ਖੜਦੇ ਨੇ ਤਖਤੀਆਂ ਲੈ ਕੇ, ਕਾਲੇ ਕਾਨੂੰਨ ਰੱਦ ਕਰੋ ਦੀ ਗੱਲ ਕਰਦੇ ਨੇ। ਭਗਵੰਤ ਮਾਨ ਪਹਿਲਾਂ ਵੀ ਬੋਲਦਾ ਆਇਆ ਪਿਛਲੇ 5 ਸਾਲ, ਹੁਣ ਵੀ ਬੋਲ ਰਿਹਾ ਹਿੱਕ ਠੋਕ ਕੇ, ਔਰ ਭਗਵੰਤ ਮਾਨ ਵੀ ਖੜਦਾ ਤਖਤੀ ਲੈ ਕੇ। ਸੋ ਪੰਜਾਬ ਵਾਲੇ ਤਾਂ ਸਾਰੇ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਬੋਲ ਰਹੇ ਨੇ, ਲੇਕਿਨ ਜਿਹੜੇ ਕੇਂਦਰ ਪੱਧਰ ਦੇ ਉੱਤੇ ਕਿਸਾਨਾਂ ਨੇ ਜਿਹੜਾ ਵਿਪ ਜਾਰੀ ਕੀਤਾ ਸੀ ਉਹ 'ਚ ਕਿਹਾ ਸੀ ਕਿ ਖੇਤੀ ਕਾਨੂੰਨਾਂ ਦੇ ਮਸਲੇ ਤੇ ਸੰਸਦ ਨਹੀਂ ਚੱਲਣ ਦੇਣੀ ਚਾਹੀਦੀ। ਤਾਂ ਲੇਕਿਨ ਜਿਹੜੇ ਕਾਂਗਰਸ ਪਾਰਟੀ ਦੇ ਜਾਂ ਤ੍ਰਿਣਮੂਲ ਕਾਂਗਰਸ ਜਾਂ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਉਹ ਠੀਕ ਹੈ ਪੰਜਾਬ ਵਾਲਿਆਂ ਦੇ ਮਗਰ ਲੱਗ ਕੇ ਜਾਂ ਪੰਜਾਬ ਵਾਲਿਆਂ ਦੇ ਵਾਂਗ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਨੇ, ਪਰ ਨਾਲ ਦੀ ਨਾਲ ਉਹ ਇਜ਼ਰਾਈਲੀ ਸੌਫਟਵੇਅਰ ਜਿਹੜਾ ਆਇਆ ਜਿਹਦੇ ਰਾਹੀਂ ਜਸੂਸੀ ਕੀਤੀ ਗਈ ਮੈਕਸ ਐਸੇ, ਉਹਦਾ ਵੀ ਵਿਰੋਧ ਕਰਦੇ ਨੇ। ਉਹਨਾਂ ਲਈ ਮੇਨ ਏਜੰਡਾ ਦੇ ਤੌਰ ਦੇ ਉੱਤੇ ਉਹ ਵੀ ਆ ਨਾਲ। ਤਾਂ ਇਸ ਕਰਕੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਜੀ, ਕੋਈ ਮਤਲਬ ਸੰਸਦ ਨਹੀਂ ਚੱਲਣ ਦਿੱਤੀ ਜਾ ਰਹੀ। ਜਦੋਂ ਹੀ ਅੱਜ ਸਮ੍ਰਿਤੀ ਇਰਾਨੀ ਬੋਲਣ ਲੱਗੀ ਤੇ ਇੰਨਾ ਵਿਰੋਧ ਹੋਇਆ ਸਾਹਮਣੇ, ਐਡੀ ਜ਼ਬਰਦਸਤ ਨਾਅਰੇਬਾਜ਼ੀ ਹੋਈ ਕਿ ਉਹਨੂੰ ਚੁੱਪ ਕਰਨਾ ਪਿਆ। ਜਦੋਂ ਵੀ ਕੋਈ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਲੀਡਰ ਬੋਲਦਾ ਤਾਂ ਇਸ ਵਾਰ ਜ਼ਬਰਦਸਤ ਵਿਰੋਧ ਹੋ ਰਿਹਾ। ਅੱਗੇ ਕੀ ਹੁੰਦਾ ਸੀ ਗਿੱਲ ਸਾਹਿਬ? ਅੱਗੇ ਹੁੰਦਾ ਸੀਗਾ ਵੀ ਵਿਰੋਧੀ ਧਿਰਾਂ ਵਾਲੇ ਇਕੱਠੇ ਹੁੰਦੇ, ਨਾਅਰੇ ਮਾਰ ਕੇ ਘਰੋਂ ਕਰੀ ਜਾਂ ਮੀਡੀਆ ਨੂੰ ਵਾਈਟਸ ਦੇ ਕੇ ਉਸ ਤੋਂ ਬਾਅਦ ਘਰੋਂ ਕਰੀ। ਲੇਕਿਨ ਹੁਣ ਐਤਕੀ ਉਹਨਾਂ ਨੂੰ ਪਤਾ ਹੈ ਕਿ ਲੋਕ ਦੇਖ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਪਿਛਲੇ 6-6 ਮਹੀਨਿਆਂ ਤੋਂ ਕਿਸਾਨ ਨੇ ਜਿਹੜੇ, ਉਹਨਾਂ ਦੀ ਨਜ਼ਰ ਸਾਡੇ ਤੇ ਆ। ਪਿੰਡਾਂ 'ਚ ਨਹੀਂ ਵੜਨ ਦੇਣਾ ਉਹਨਾਂ ਨੇ, ਝੰਡੇ ਹੈਗੇ ਨੇ, ਡੰਡੇ ਪਾ ਕੇ ਪਿੰਡਾਂ 'ਚ ਘੇਰ ਲੈਣਗੇ। ਸੋ ਇਸ ਕਰਕੇ ਐਤਕੀ
ਸੱਚਮੁੱਚ ਵਿਰੋਧ ਹੋ ਰਿਹਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਫਿਰ ਵੀ ਬਿੱਲ ਪਾਸ ਹੋ ਰਹੇ ਨੇ। 2 ਬਿੱਲ ਪਹਿਲਾਂ ਪਾਸ ਹੋ ਗਏ, 2 ਅੱਜ ਪਾਸ ਹੋ ਗਏ। ਸੋ ਸਰਕਾਰ ਫਿਰ ਵੀ ਜਿਹੜੇ ਬਿੱਲ ਨੇ ਉਹ ਚੁੱਪ ਚਪੀਤੇ ਹੀ ਪਾਸ ਕਰ ਰਹੀ ਹੈ। ਉਹ ਤਾਂ ਬਾਹਰ ਆਇਆ ਨੂੰ ਪਤਾ ਲੱਗਦਾ ਵੀ 2 ਤਾਂ ਪਾਸ ਕਰਤੇ। ਸੋ ਇਹ ਗਲਤ ਗੱਲ ਹੈ। ਇੱਕ ਗੱਲ ਸਾਹਿਬ ਮੈਂ ਇਹ ਵੀ ਕਹਿਣਾ ਚਾਹੁੰਦਾ, ਰਵਨੀਤ ਬਿੱਟੂ ਨੇ ਪਿਛਲੇ ਦਿਨਾਂ ਦੇ ਵਿੱਚ ਨਾ ਪਾਇਆ, ਕਹਿੰਦਾ ਵੀ ਅਸੀਂ ਵਿਰੋਧ ਕਰਾਂਗੇ, ਕਹਿੰਦਾ ਅਸੀਂ ਸੰਸਦ 'ਚ ਉੱਠਦੇ ਨਹੀਂ। 4:30 ਵਜੇ ਦੇਖੋ ਲਾਈਵ ਹੋ ਗਿਆ ਸੰਸਦ ਦੇ ਵਿੱਚੋਂ, 8:30 ਵਜੇ ਰਾਤ ਨੂੰ ਲਾਈਵ ਹੋਇਆ, ਆਪਾਂ ਜ਼ਿਕਰ ਵੀ ਕੀਤਾ ਸੀ। ਕਹਿੰਦਾ ਅਸੀਂ ਸੰਸਦ 'ਚ ਆ, ਮੈਂ ਤੇ ਗੁਰਜੀਤ ਔਜਲਾ ਇੱਥੇ ਹੀ ਪਵਾਂਗੇ ਰਾਤ ਨੂੰ, ਅਸੀਂ ਨਹੀਂ ਉਹਨਾਂ ਦਿਨ ਉੱਠਦੇ, ਕਹਿੰਦਾ ਧਰਨਾ ਇੱਥੇ ਹੀ ਚੱਲੂ, ਅਸੀਂ ਸੰਸਦ ਦੇ ਵਿੱਚ ਹੀ ਬੈਠਾਂਗੇ। ਲੇਕਿਨ ਉਹ ਇੱਕ ਦਿਨ ਤੋਂ ਬਾਅਦ ਮੁੜ ਕੇ ਗਿੱਲ ਸਾਹਿਬ ਉਹਨੇ ਕੋਈ ਜ਼ਿਕਰ ਹੀ ਨਹੀਂ ਕੀਤਾ ਵੀ ਕਿੱਥੇ ਸੌਂਦਾ ਰਾਤ ਨੂੰ। ਮੁੜ ਕੇ ਨਾ ਲਾਈਵ ਹੋਇਆ, ਨਾ ਫੋਟੋਆਂ, ਮੁੜ ਕੇ ਗੱਲ ਸਾਹਮਣੇ ਨਹੀਂ ਆਈ ਜੀ। ਕਰੋੜੇ ਸੋਣਾ ਸੌਖਾ ਹੈ, ਜਦੋਂ ਤਾਂ ਗੱਦਾ ਗੁੱਦਾ ਲੈ ਜਾਂਦੇ ਫਿਰ ਤਾਂ ਪੈ ਜਾਂਦਾ, ਬਹੁਤ ਔਖਾ ਹੈ। ਤੇ ਕਿੱਥੇ ਅੰਬੈਸੀਆਂ ਵਾਲੇ ਅਮੀਰ ਏਰੀਏ ਦੇ ਵਿੱਚ ਕੋਠੀਆਂ ਤੇ ਮਹਿਲ ਪੁਰਾਣੇ ਗੋਰਿਆਂ ਦੇ ਸਮੇਂ ਹੋਏ, ਕਿੱਥੇ ਥੱਲੇ ਪੈਣਾ ਬੜਾ ਔਖਾ ਹੈ, ਗੱਲਾਂ ਨਾਲ ਨਹੀਂ ਗੱਲ ਬਣਦੀ। ਪ੍ਰਸ਼ਾਂਤ ਕਿਸ਼ੋਰ ਹੁਣ ਵਾਪਸੀ ਕਰ ਰਿਹਾ, ਮੈਨੂੰ ਲੱਗਦਾ ਉਹਦਾ ਉਹ ਪਰਾਂ ਹੋਇਆ ਸੀ ਕਿਸੇ ਕਾਰਨ ਕਰਕੇ, ਤੇ ਹੁਣ ਕੀ ਜੋੜੀ ਉਹਦੀ ਬਣੂਗੀ ਸਿੱਧੂ ਨਾਲ, ਵਾਪਸ ਆ ਰਿਹਾ ਫਿਰ? ਗਿੱਲ ਸਾਹਿਬ ਹੁਣ ਤਾਂ ਪ੍ਰਸ਼ਾਂਤ ਕਿਸ਼ੋਰ ਆ ਜਿਹੜਾ ਉਹਨੂੰ ਇਹ ਲੱਗਣ ਲੱਗ ਗਿਆ ਵੀ ਮੈਂ ਕਿਉਂ ਨਾ ਆਪ ਹੀ ਸਿਆਸਤ 'ਚ ਆ ਜਾ। ਸੋ ਇਹ ਵੀ ਅਸਲ ਦੇ ਵਿੱਚ ਗਿੱਲ ਸਾਹਿਬ ਬਹੁਤ ਵਾਰ ਹੁੰਦਾ ਹੈਗਾ। ਅਸਲ ਦੇ ਵਿੱਚ ਕਈ ਵਾਰ IAS PCS ਦੀ ਜਿਹੜੇ ਤਿਆਰੀ ਕਰਾਉਂਦੇ ਨੇ ਨਾ ਅਧਿਆਪਕ, ਉਹ ਆਪ ਕਈ ਵਾਰ ਅਟੈਂਪਟ ਨਹੀਂ ਕਰ ਪਾਉਂਦੇ, ਉਹ ਪਾਸ ਨਹੀਂ ਹੁੰਦੇ, ਤਿਆਰੀ ਵਧੀਆ ਕਰਾਉਂਦੇ ਨੇ। ਸੋ ਕਈ ਵਾਰ ਉਹਨਾਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਮੈਂ DC ਬਣਾਉਣਾ, ਮੈਂ ਆਪ ਹੀ ਨਾ DC ਲੱਗ ਜਾ। ਲੇਕਿਨ ਉਹ ਕਈ ਵਾਰ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਸੋ ਪ੍ਰਸ਼ਾਂਤ ਕਿਸ਼ੋਰ ਨੂੰ ਬਹੁਤ ਲੋਕਾਂ ਨੇ ਕਿਹਾ, ਇਹਦੇ ਮਨ 'ਚ ਬਹੁਤ ਵਾਰ ਗੱਲ ਆਈ ਆ ਵੀ ਤੂੰ ਨੀਤੀ ਘੜ ਹੈ, ਤੂੰ ਇਹ ਦੇਖ ਸਕਦਾਗਾ ਕਿ ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ, ਕਿਹਨੂੰ ਕਿਹੜੇ ਸੂਬੇ ਦਾ ਮੁੱਖ ਮੰਤਰੀ ਬਣਾਉਣਾ, ਲੇਕਿਨ ਤੂੰ ਆਪ ਕਿਉਂ ਨਹੀਂ ਅੱਗੇ ਵੱਧਦਾ। ਇਹ ਗੱਲ ਇਹਦੇ ਦਿਮਾਗ 'ਚ ਬਹੁਤ ਵਾਰ ਪਾਈ। ਇਹਨੇ ਇੱਕ ਵਾਰ ਅੱਗੇ ਕੋਸ਼ਿਸ਼ ਵੀ ਕੀਤੀ, ਕਿਉਂਕਿ ਬਿਹਾਰ ਦਾ ਇਹਨੇ ਨਿਤਿਸ਼ ਕੁਮਾਰ ਦੀ ਪਾਰਟੀ ਵੀ ਜੁਆਇਨ ਕੀਤੀ, ਲੇਕਿਨ ਉੱਥੇ ਦੇ ਪੱਬ ਨਹੀਂ ਲੱਗੇ, ਜਿਸ ਤੋਂ ਬਾਅਦ ਇਹ ਉਹਦੀ ਪਾਰਟੀ 'ਚੋਂ ਅਸਤੀਫਾ ਦੇ ਕੇ ਬਾਹਰ ਆਇਆ। ਹੁਣ ਗਿੱਲ ਸਾਹਿਬ ਗੱਲ ਇਹ ਚੱਲ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਖੁਦ ਕਾਂਗਰਸ ਪਾਰਟੀ ਦਾ ਲੀਡਰ ਬਣਨ ਜਾ ਰਿਹਾ। ਅੱਜ ਇਹ ਗੱਲ ਪੁਖਤਾ ਇਸ ਕਰਕੇ ਵੀ ਹੁੰਦੀ ਆ ਕਿਉਂਕਿ ਅੱਜ ਮੈਨੂੰ ਪਤਾ ਲੱਗਿਆ ਰਾਹੁਲ ਗਾਂਧੀ ਨੇ ਮੀਟਿੰਗ ਕੀਤੀ ਹੈ। ਰਾਹੁਲ ਗਾਂਧੀ ਦੀਆਂ ਪ੍ਰਸ਼ਾਂਤ ਕਿਸ਼ੋਰ ਨਾਲ ਤਾਂ ਬਹੁਤ ਮੀਟਿੰਗਾਂ ਹੋ ਗਈਆਂ, ਪ੍ਰਸ਼ਾਂਤ ਕਿਸ਼ੋਰ ਨਾਲ ਚਰਚਾ ਵੀ ਹੋ ਗਈ, ਸਿਰਫ ਜੁਆਇਨ ਹੀ ਕਰਨਾ ਬਾਕੀ ਹੈ। ਇਹ ਪਤਾ ਲੱਗਿਆ ਅੱਜ ਰਾਹੁਲ ਗਾਂਧੀ ਨੇ ਆਪਦੀ ਪਾਰਟੀ ਦੇ ਵੱਡੇ ਵੱਡੇ ਆਗੂਆਂ ਨਾਲ ਮੀਟਿੰਗ ਕੀਤੀ, ਜਿਹਦੇ 'ਚ ਇਹਨਾਂ ਦੀ ਪਾਰਟੀ ਦੇ ਬਹੁਤ ਸੀਨੀਅਰ ਨੇਤਾ ਨੇ AK ਐਂਟਨੀ, ਇਹਨਾਂ ਦੀ ਪਾਰਟੀ ਦੇ ਸੀਨੀਅਰ ਨੇਤਾ ਨੇ ਕਾਂਗਰਸ ਦੇ ਮਲਕਾ ਰਾਜਨ ਖੜਗੇ, ਕਮਲਨਾਥ, ਅੰਬਿਕਾ ਸੋਨੀ, ਹਰੀਸ਼ ਰਾਵਤ, KC ਵੇਣੂਗੋਪਾਲ ਤੇ ਹੋਰ ਬਹੁਤ ਸਾਰੇ ਆਗੂ। ਉਹਨਾਂ ਨਾਲ ਰਾਹੁਲ ਗਾਂਧੀ ਨੇ 2 ਟੁੱਕ ਗੱਲ ਇਹ ਕੀਤੀ, ਕਹਿੰਦਾ ਮਿੱਤਰੋ ਏਜੰਡਾ ਇਹ ਹੈ ਵੀ ਜੇ ਆਪਾਂ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਦੇ ਵਿੱਚ ਲਿਆ ਆਉਨੇ ਆ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਫਾਇਦਾ ਹੋਊਗਾ ਜਾਂ ਨੁਕਸਾਨ ਵੀ ਹੋ ਸਕਦਾ ਕਿਤੇ ਪਾਰਟੀ ਤੇ ਨਾ ਕਬਜ਼ਾ ਕਰ ਜੇ। ਉਹ ਸਾਰਿਆਂ ਨੇ ਗਿੱਲ ਸਾਹਿਬ ਇਹ ਕਿਹਾ ਵੀ ਅੱਜ ਦੇ ਸਮੇਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਆਪਣੇ ਨਾਲ ਆ ਜੇ ਤਾਂ ਚੰਗੀ ਗੱਲ ਹੈ। ਸੋ ਪੰਜਾਬ ਵਾਲੀ ਇਲੈਕਸ਼ਨ ਦੇ ਵਿੱਚ ਤਾਂ ਠੀਕ ਆ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਜੋ ਚੱਲ ਰਿਹਾ ਸਕ੍ਰਿਪਟ ਹੀ ਉਹਦੀ ਲਿਖੀ ਹੋਈ ਹੈ ਕਿ ਇੱਕ ਨੂੰ ਉੱਪਰ ਲੈ ਜਾਓ, ਇੱਕ ਨੂੰ ਵੋਟਾਂ ਤੋੜਨ ਲਾ ਦਿਓ, ਤਾਂ ਇਹ ਵੀ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਦਾ ਜਿਹੜਾ ਕੰਪਰੋਮਾਈਜ਼ ਇਸ ਵਿਸ਼ੇ ਦੇ ਉੱਤੇ ਹੋਇਆ ਹੀ ਹੋਇਆਗਾ, ਲੇਕਿਨ ਹੁਣ ਉਹ ਖੁਦ ਕਾਂਗਰਸ ਪਾਰਟੀ ਦੇ ਵਿੱਚ ਲੱਗਦਾ ਹੈ ਜ਼ਿਆਦਾ ਚਾਂਸ ਨੇ ਕਿ ਜੁਆਇਨ ਕਰਨ ਜਾ ਰਿਹਾ ਜੀ। ਅੱਛਾ ਨਵਕਿਰਨ ਸਿੰਘ ਜੀ, ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ 9 ਪੁਲਿਸ ਅਧਿਕਾਰੀਆਂ ਤੋਂ ਪੁੱਛ ਪੜਤਾਲ ਹੋਈ ਹੈ ਜੀ। ਜੀ ਗਿੱਲ ਸਾਹਿਬ, ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਉਹਦੀ ਪੜਤਾਲ ਜਿਹੜੀ ਵਿਸ਼ੇਸ਼ ਜਾਂਚ ਟੀਮ ਕਰ ਰਹੀ ਆ, ਉਸ ਟੀਮ ਦੇ ਵੱਲੋਂ ਫਰੀਦਕੋਟ ਦਫ਼ਤਰ ਦੇ ਵਿੱਚ ਪੰਜਾਬ ਪੁਲਿਸ ਦੇ 9 ਉੱਚ ਅਫਸਰਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਹੈ, ਜਿਨ੍ਹਾਂ 'ਚ ਜੇਲ੍ਹ ਵਿਭਾਗ ਦੇ DIG ਸੁਖਮਿੰਦਰ ਸਿੰਘ ਮਾਨ ਵੀ ਸ਼ਾਮਲ ਹੈ, ਜਿਹੜੇ ਕੋਟਕਪੂਰਾ ਗੋਲੀकांड ਸਮੇਂ ਫਰੀਦਕੋਟ ਦੇ SSP ਸੀਗੇ। ਜਾਂਚ ਟੀਮ ਨੇ ਇਸ ਤੋਂ ਇਲਾਵਾ DSP ਹਰਜਿੰਦਰ ਸਿੰਘ, DSP ਅਮਰਜੀਤ ਸਿੰਘ, ਇੰਸਪੈਕਟਰ ਕੁਲਦੀਪ ਚੰਦ, ਇੰਸਪੈਕਟਰ ਬਚਨ ਸਿੰਘ ਤੇ ਇੰਸਪੈਕਟਰ ਪਰਮਜੀਤ ਸਿੰਘ ਤੋਂ ਵੀ ਪੁੱਛ ਪੜਤਾਲ ਆ ਜਿਹੜੀ ਕੀਤੀ ਹੈ। ਸਾਰੇ ਪੁਲਿਸ ਅਧਿਕਾਰੀ ਕੋਟਕਪੂਰਾ ਗੋਲੀकांड ਦੀ ਘਟਨਾ ਸਮੇਂ ਕੋਟਕਪੂਰਾ ਦੇ ਵਿੱਚ ਹਾਜ਼ਰ ਸੀ। ਫਰੀਦਕੋਟ ਦੇ DIG ਸਰਜੀਤ ਸਿੰਘ ਅਨੁਸਾਰ ਜਿਹੜੇ ਪੁਲਿਸ ਅਧਿਕਾਰੀਆਂ ਤੋਂ ਕੋਟਕਪੂਰਾ ਗੋਲੀकांड ਬਾਰੇ ਪੁੱਛ ਪੜਤਾਲ ਕੀਤੀ ਗਈ ਹੈ, ਉਹਨਾਂ ਦੇ ਬਿਆਨ ਨੇ ਜਿਹੜੇ ਬਕਾਇਦਾ ਕਲਮਬੰਦ ਕੀਤੇ ਗਏ ਨੇ। ਔਰ ਜਾਂਚ ਟੀਮ ਇਸ ਮਾਮਲੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,
ਸਾਬਕਾ ਡੀਜੀਪੀ ਸਮੇਤ ਸੈਣੀ ਸਮੇਤ ਹੁਣ ਤੱਕ 200 ਵਿਅਕਤੀਆਂ ਦੇ ਬਿਆਨ ਨੇ ਜਿਹੜੇ ਉਹ ਕਲਮਬੱਧ ਕਰ ਚੁੱਕੀ ਆ। ਜਾਂਚ ਟੀਮ ਇਸ ਮਾਮਲੇ ਦੇ ਵਿੱਚ ਪਰਮਜੀਤ ਸਿੰਘ ਉਮਰਾ ਨੰਗਲ ਦੇ ਨਾਰਕੋ ਟੈਸਟ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਔਰ ਗਿੱਲ ਸਾਹਿਬ ਇਹਦਾ ਨਾਰਕੋ ਟੈਸਟ ਹੋਊ ਹੁਣ ਉਮਰਾ ਨੰਗਲ ਦਾ। ਪਤਾ ਇਹ ਲੱਗਿਆ ਕਿ ਨਾਰਕੋ ਟੈਸਟ ਜਿਹੜਾ ਗਾ ਉਹ ਪੰਜਾਬ ਤੋਂ ਬਾਹਰ ਹੋਊਗਾ, ਜਦ ਕਿ ਸਾਬਕਾ ਡੀਜੀਪੀ ਸਮੇਤ ਸੈਣੀ ਨੇ ਕੋਟਕਪੂਰਾ ਗੋਲੀकांड 'ਚ ਆਪਦਾ ਨਾਰਕੋ ਟੈਸਟ ਕਰਾਉਣ ਤੋਂ ਇਨਕਾਰ ਕਰਤਾ। ਉਹ ਕਹਿੰਦਾ ਮੈਂ ਨਹੀਂ ਕਰਾਉਂਦਾ। ਸੋ ਇਹ ਦੇਖਦੇ ਆ ਜੀ ਹੁਣ ਜਦੋਂ ਤੱਕ ਉਹਦਾ ਨਾਰਕੋ ਟੈਸਟ ਨਹੀਂ ਕਰਾਉਂਦਾ, ਅਸਲ ਮਤਲਬ ਕਹਾਣੀ ਤਾਂ ਉਹਦੇ ਦੁਆਲੇ ਘੁੰਮਣੀ ਹੈ, ਉਦੋਂ ਤੱਕ ਸਥਿਤੀ ਆ ਜਿਹੜੀ ਉਹ ਸਪਸ਼ਟ ਹੋਣੀ ਸੰਭਵ ਨਹੀਂ ਲੱਗਦੀ। ਬਾਕੀ ਇਹ ਆ ਕਿ ਜਸਟਿਸ ਡਿਨਾਈਡ ਇਹ ਸਮਾਂ ਇੰਨਾ ਹੋ ਗਿਆ ਗਿੱਲ ਸਾਹਿਬ, ਹੁਣ ਤਾਂ ਜੇ ਇਹਦਾ ਮਤਲਬ ਬ੍ਰੇਨ ਦਾ ਵੀ ਟੈਸਟ ਹੋਊਗਾ ਉਹਦੇ 'ਚ ਵੀ ਬਹੁਤ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ। ਸੋ ਫਿਰ ਵੀ ਜਿੰਨਾ ਸਮਾਂ ਲੰਘ ਰਿਹਾ ਗਾ ਉਹਦਾ ਦੋਸ਼ੀਆਂ ਨੂੰ ਫਾਇਦਾ ਹੁੰਦਾ ਹਮੇਸ਼ਾ ਤੌਰ ਦੇ ਉੱਤੇ ਜੀ। ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਨੇ ਜਦ ਗੁਰਦੁਆਰਾ ਸਾਹਿਬ ਨਾਨਕ ਮੱਤੇ ਜਾਣ ਤੋਂ ਬਾਅਦ ਜਿਹੜਾ ਵਿਵਾਦ ਹੋਇਆ ਸੀ, ਹੁਣ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਜੀ। ਜੀ ਗਿੱਲ ਸਾਹਿਬ, ਉਹਨੇ ਅਸਤੀਫਾ ਦਿੱਤਾ। ਉਹਨੂੰ ਅਸਤੀਫਾ ਦੇਣਾ ਹੀ ਪੈਣਾ ਸੀ ਕਿਉਂਕਿ ਵਿਰੋਧ ਬਹੁਤ ਹੋ ਰਿਹਾ ਸੀ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਸਾਰੇ ਸਿੱਖ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਆ ਗਏ ਸੀ। ਉਹ ਕਹਿ ਰਹੇ ਸੀ ਵੀ ਇਹ ਜੋ ਹੋਇਆ ਇਹਦੇ ਤੇ ਕਾਰਵਾਈ ਹੋਵੇ, ਨਹੀਂ ਅਸੀਂ ਇੱਥੇ ਪ੍ਰੋਟੈਸਟ ਕਰਾਂਗੇ ਪ੍ਰਧਾਨ ਦੇ ਖਿਲਾਫ। ਦਰਅਸਲ ਹੋਇਆ ਇਹ ਸੀਗਾ ਕਿ ਉੱਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜਦੋਂ ਗੁਰਦੁਆਰਾ ਸਾਹਿਬ ਨਾਨਕ ਮੱਤਾ ਸਾਹਿਬ ਕੰਪਲੈਕਸ ਦੇ ਵਿੱਚ ਆਏ ਤਾਂ ਉੱਥੇ ਆਉਂਦਿਆਂ ਨੂੰ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਡਾਂਸ ਕੀਤਾ ਗਿਆ ਕੁੜੀਆਂ ਦੇ ਵੱਲੋਂ। ਸਕੂਲੀ ਵਿਦਿਆਰਥਣਾਂ ਸੀ, ਨਿਰਤ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਜਦੋਂ ਅੰਦਰ ਗਏ ਗਿੱਲ ਸਾਹਿਬ ਇਹ, ਤਾਂ ਉੱਥੇ ਜਿਹੜੀ ਗੁਰਬਾਣੀ ਚੱਲ ਰਹੀ ਸੀ ਉਹ ਬੰਦ ਕਰਾ ਦਿੱਤੀ ਗਈ ਔਰ ਉੱਥੇ ਭਾਜਪਾ ਆਗੂ ਦੇ ਨਾਂ ਦੇ ਜਿੰਦਾਬਾਦ ਦੇ ਨਾਅਰੇ ਨੇ ਜਿਹੜੇ ਉਹ ਲਗਾਏ ਗਏ। ਸੋ ਹੋਰ ਵੀ ਕਾਫੀ ਕੁਛ ਏਦਾਂ ਦਾ ਹੋਇਆ ਉੱਥੇ। ਤਾਂ ਹੁਣ ਇਸ ਵਿਸ਼ੇ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ 3 ਮੈਂਬਰੀ ਕਮੇਟੀ ਬਣਾਈ ਗਈ ਸੀ। ਉਹ ਕਮੇਟੀ ਨੇ ਵੀ ਜਾ ਕੇ ਉੱਥੇ ਜਾਂਚ ਪੜਤਾਲ ਆ ਜਿਹੜੀ ਉਹ ਕੀਤੀ ਆ। ਸੋ ਹੁਣ ਸਥਿਤੀ ਜਿਹੜੀ ਆ ਉਹ ਇਸ ਰੂਪ ਦੇ ਵਿੱਚ ਇਹਦਾ ਹੱਲ ਆ ਜਿਹੜਾ ਹੋਇਆਗਾ ਕਿ ਗੁਰਦੁਆਰਾ ਸਾਹਿਬ ਜਿਹੜਾ ਨਾਨਕ ਮੱਤਾ ਸਾਹਿਬ ਆ ਉਹਦੀ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਮੇਤ 4 ਜਿਹੜੇ ਮੁੱਖ ਅਹੁਦੇਦਾਰ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈਗਾ। ਇਤਿਹਾਸਕ ਗੁਰਦੁਆਰਾ ਸਾਹਿਬ ਆ। ਸੋ ਹੁਣ ਇਸ ਗੁਰਦੁਆਰਾ ਸਾਹਿਬ ਨੂੰ ਚਲਾਉਣ ਲਈ 5 ਡਾਇਰੈਕਟਰਾਂ ਦੀ ਇੱਕ ਟੀਮ ਆ ਜਿਹੜੀ ਉਹ ਬਣਾਈ ਗਈ ਹੈ ਜੀ। ਗਿੱਲ ਸਾਹਿਬ, ਪੰਜਾਬ ਪਾਵਰ ਕਾਰਪੋਰੇਸ਼ਨ 4.5 ਸਾਲ ਲੰਘ ਗਏ ਕੈਪਟਨ ਅਮਰਿੰਦਰ ਨੂੰ। ਹੁਣ 6 ਮਹੀਨੇ 'ਚ ਪੈਸੇ ਬਚਾਉਣ ਦੀ ਗੱਲ ਹੈ ਜਿਹੜੀ ਕਿ ਮੈਂ ਐਗਰੀਮੈਂਟ ਰੱਦ ਕਰ ਦੂੰ। ਇਹ ਸੰਗ ਨਹੀਂ ਆਉਂਦੀ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਦੇ ਹੋਏ ਕਿ ਲੋਕਾਂ ਨੂੰ ਅਸੀਂ ਕਮਲੇ ਬਣਾ ਰਹੇ ਹਾਂ? ਵਿਰੋਧੀ ਧਿਰ ਨੇ ਕੀ ਕਿਹਾ ਚਿੱਠੀ ਦੇ ਬਾਰੇ? ਜੀ ਗਿੱਲ ਸਾਹਿਬ, ਦੇਖੋ ਇਹ ਨਾ ਅਸਲ ਦੇ ਵਿੱਚ ਜਿਹੜੀ ਚਿੱਠੀ ਹੈ ਇਹ ਇੱਕ ਇਸ ਰੂਪ ਦੀ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਛੇਤੀ ਕੀਤਿਆਂ ਰੱਦ ਨਹੀਂ ਕੀਤੇ ਜਾਣੇ। ਸੋ ਇਸ ਵਿਸ਼ੇ ਦੇ ਉੱਤੇ ਦੇਖੋ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਗੱਲ ਕਰਕੇ ਜਿਵੇਂ ਕੋਈ ਬਹੁਤ ਛੋਟੀ ਜਿਹੀ ਚੀਜ਼ ਹੁੰਦੀ ਹੈ ਵੀ ਜਾਓ ਜੀ ਰੱਦ ਕਰ ਦਿਓ। ਪਾਵਰਕਾਮ ਵਾਲਿਆਂ ਨੂੰ ਕਹਿਤਾ 25 ਸਾਲ ਦੇ ਐਗਰੀਮੈਂਟ ਹੋਏ ਪਏ ਨੇ, MOU ਸਾਈਨ ਹੋਏ ਪਏ ਨੇ ਔਰ ਉਹ ਏਦਾਂ ਥੋੜੀ ਰੱਦ ਕੀਤੇ ਜਾਂਦੇ ਨੇ। ਤਾਂ ਇਸ ਵਿਸ਼ੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਤਾਂ ਇਹ ਕਹਿਤਾ, ਕਹਿੰਦਾ ਦੇਖਿਆ ਮੈਂ 5 ਨਕਾਤੀ ਪ੍ਰੋਗਰਾਮ ਦੇ ਕੇ ਆਇਆ ਸੀ, ਉਹਦੇ 'ਚ ਇਹ ਸੀਗਾ ਇੱਕ ਨੁਕਤਾ ਮੇਰੇ ਵਾਲੀ ਗੱਲ ਤੇ ਮੋਹਰ ਲੱਗ ਗਈ, ਇਹ ਮੇਰੇ ਕਰਕੇ ਹੀ ਹੋਇਆ। ਉਹਨੇ ਵੀ ਇਸ ਰੂਪ ਦੇ ਵਿੱਚ ਕਮੈਂਟ ਕੀਤਾ। ਸੁਖਬੀਰ ਸਿੰਘ ਬਾਦਲ ਜੀ ਨੇ ਇਸ ਵਿਸ਼ੇ ਦੇ ਉੱਤੇ ਅੱਜ ਕਮੈਂਟ ਕੀਤਾ। ਉਹ ਕਹਿੰਦਾ ਵੀ ਤੁਸੀਂ ਰੱਦ ਤਾਂ ਕਰ ਦਿਓਗੇ, ਬਿਜਲੀ ਕਿੱਥੋਂ ਲਿਆਓਗੇ ਇੰਨੀ? ਕਹਿੰਦਾ ਅਸੀਂ ਕੀਤੇ ਨੇ ਤਾਂ ਇੰਨੀ ਬਿਜਲੀ ਨਹੀਂ ਆਉਣੀ, ਕਹਿੰਦਾ ਹੋਰ ਤੁਸੀਂ ਬਣਾ ਨਹੀਂ ਸਕਦੇ। ਤਾਂ ਗੱਲ ਤਾਂ ਉਹਦੀ ਵੀ ਠੀਕ ਆ, ਉਹਨੂੰ ਪਤਾ ਕੰਡੇ ਉਹਨਾਂ ਦੇ ਬੀਜੇ ਵੇ ਨੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਹੜਾ ਬਠਿੰਡੇ ਥਰਮਲ ਪਲਾਂਟ ਲਾਇਆ ਸੀ ਉਹ ਤਾਂ ਉਹੀ ਬੰਦ ਕਰਕੇ ਗਏ ਨੇ। ਔਰ ਇਹ ਤਾਂ ਇਹਨਾਂ ਨੇ ਤਾਂ ਜਿੱਥੋਂ ਬਿਜਲੀ ਸਰਕਾਰੀ ਪੈਦਾ ਹੋਣੀ ਸੀ ਸਸਤੇ ਭਾਅ, ਉਹ ਤਾਂ ਮਨਪ੍ਰੀਤ ਬਾਦਲ ਨੇ ਕਲੋਨੀ ਕੱਟਣ ਨੂੰ ਤਿਆਰੀ ਕਰੀ ਸੀ। ਤਾਂ ਇਸ ਕਰਕੇ ਸਥਿਤੀ ਤਾਂ ਬਣ ਗਈ, ਗੱਲ ਠੀਕ ਆ ਗਈ ਕਿ ਤੁਸੀਂ ਨਵੇਂ ਦਾ ਰੱਦ ਕਰ ਦੋਗੇ, ਪਹਿਲਾਂ ਸਰਕਾਰੀ ਤਾਂ ਚਲਾ ਲਓ। ਤਾਂ ਇਹ ਸਥਿਤੀ ਬਣੀ। ਆਮ ਆਦਮੀ ਪਾਰਟੀ ਨੇ ਇਸ ਵਿਸ਼ੇ ਦੇ ਉੱਤੇ ਕਿਹਾ ਗਾ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਉੱਥੇ ਬਕਾਇਦਾ ਤੌਰ ਦੇ ਉੱਤੇ ਇਹਨੂੰ ਰੱਦ ਕਰਨ ਦਾ ਪਾਸ ਕਰੋ, ਤਾਂ ਜਾ ਕੇ ਇਹ ਰੱਦ ਹੋ ਸਕਦੇ ਨੇ। ਛੇਤੀ ਕੀਤੇ ਰੱਦ ਨਹੀਂ ਹੋ ਸਕਦੇ। ਇਹ ਐਵੇਂ ਹਵਾਈ ਗੱਲਾਂ ਨੇ ਜਿਹੜੀਆਂ ਕਪਤਾਨ ਸਾਹਿਬ ਕਰ ਰਹੇ ਨੇ। ਗਿੱਲ ਸਾਹਿਬ, ਇਹ ਅਸਲ ਦੇ ਵਿੱਚ ਨਾ 4.5 ਸਾਲ ਲੋਕਾਂ ਦੀ ਕਰਦੇ ਨੇ ਲੁੱਟ। ਹੁਣ ਇਹਨਾਂ ਨੂੰ ਪਤਾ ਹੈ ਕਿ 2-3 ਮਹੀਨਿਆਂ ਤੱਕ ਚੋਣ ਜਾਬਤਾ ਲੱਗ ਜਾਣਾ। ਉਦੋਂ ਤੱਕ ਏਦਾਂ ਦੀਆਂ ਗੱਲਾਂ ਪ੍ਰੋਸੈਸ ਸ਼ੁਰੂ ਕਰ ਦੇਣਗੇ, ਇਹਨਾਂ ਨੇ ਨੇਪਰੇ ਤਾਂ ਚੜ੍ਹਨਾ ਨਹੀਂ ਕਿਉਂਕਿ ਉਹਦੇ ਚੋਣ ਜਾਬਤਾ ਲੱਗ ਜਾਣਾ, ਵਿੱਚ ਹੀ ਗੱਲ ਲੰਮਕ ਜਾਣੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਅੱਜ ਜਿਹੜਾ ਪ੍ਰੋਟੈਸਟ ਵੀ ਅੱਜ ਚੱਲ ਰਹੇ ਨੇ ਕੱਚੇ ਕਾਮਿਆਂ ਦੇ ਵਿਸ਼ੇ ਦੇ ਉੱਤੇ ਕੀ ਹੋਇਆ। 4.5 ਸਾਲ ਪ੍ਰਕਾਸ਼ ਸਿੰਘ ਬਾਦਲ ਚੁੱਪ ਰਹੇ, 4.5 ਵੀ ਕਹਿ ਲਈਏ, 9.5 ਕਹਿ ਲਈਏ, ਉਦੋਂ 5 ਸਾਲ ਪਹਿਲਾਂ ਵੀ ਉਹਨਾਂ ਦੀ ਸਰਕਾਰ ਸੀ। ਅਖੀਰਲੇ ਸਮੇਂ ਦੇ ਵਿੱਚ ਆ ਕੇ ਕਹਿੰਦੇ ਸਾਰੇ ਕੱਚੇ ਕਾਮੇ ਪੱਕੇ ਕਰਦੇ ਆ ਜੀ, ਅਸੀਂ ਐਕਟ ਬਣਾ ਰਹੇ ਹਾਂ।
ਉਹ ਐਕਟ ਅੱਧ ਵਿਚਾਲੇ ਰੁਲ ਗਿਆ। ਉਦੋਂ ਨੂੰ ਚੋਣ ਜ਼ਾਬਤਾ ਨੂੰ ਪਤਾ ਹੁੰਦਾ ਕਿੱਦੇ ਲੱਗਣਾ। ਉਹ ਅੱਜ ਤੱਕ ਵਿਚਾਰੇ ਉਸ ਤਰੀਕੇ ਦੇ ਨਾਲ ਹੀ ਕੱਚੇ ਤੁਰੇ ਫਿਰਦੇ ਨੇ। ਔਰ ਇਹੀ ਰੂਪ ਇਹਨਾਂ ਦਾ। ਜੇ ਇਹੀ ਕੰਮ ਕਰਨਾ ਸੀ ਫਿਰ 4 ਸਾਲ ਲੁੱਟ ਕਿਉਂ ਕਰਾਈ ਸਾਡੀ ਲੋਕਾਂ ਦੀ, ਪੰਜਾਬ ਦਿਆਂ ਦੀ? ਬਿਜਲੀ ਸਮਝੌਤੇ ਆਉਂਦੇ ਹੀ ਰੱਦ ਕਰਦੇ। ਤੇ ਉਹਨੂੰ ਰੱਦ ਕਰਨ ਦਾ ਇੱਕ ਪ੍ਰੋਸੈਸ ਆ। ਉਹ ਪ੍ਰੋਸੈਸ ਦੇ ਐ ਨਹੀਂ ਹੈਗਾ ਕਿ ਰਾਤੋਂ ਰਾਤ ਰੱਦ ਹੋ ਜਾਣਗੇ। ਸੋ ਇਸ ਕਰਕੇ ਸਿਰਫ ਹਵਾਈ ਗੱਲਾਂ ਕੀਤੀਆਂ ਜਾ ਰਹੀਆਂ ਕਪਤਾਨ ਸਾਹਿਬ ਦੇ ਵੱਲੋਂ। ਪ੍ਰੈਕਟੀਕਲ ਰੂਪ ਦੇ ਵਿੱਚ ਜੇ ਕਰਨਾਗਾ ਤਾਂ ਕਿਤੇ ਨਾ ਕਿਤੇ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਪਊ। ਸਰਬ ਪਾਰਟੀ ਮੀਟਿੰਗਾਂ ਹੋਣਗੀਆਂ, ਵਕੀਲਾਂ ਦੀਆਂ ਟੀਮਾਂ ਬਣਨਗੀਆਂ। ਵਕੀਲਾਂ ਦੇ ਜਿਹੜੇ ਇਹਨਾਂ ਦੇ ਸਰਕਾਰੀ ਵਕੀਲ ਨੇ ਪੁਰਾਣੇ ਕੇਸਾਂ ਦੀ ਪੈਰਵਾਈ ਨਹੀਂ ਢੰਗ ਨਾਲ ਕਰ ਪਾਏ ਜੀ। ਜੋਗੀ ਦੇ ਯੂਪੀ ਦੇ ਵਿੱਚ ਇੱਕ ਪੰਡਿਤ ਕੁੜੀ ਨਾਲ, ਬ੍ਰਾਹਮਣ ਕੁੜੀ ਨਾਲ ਦਲਿਤ ਨੇ ਵਿਆਹ ਕਰਾ ਲਿਆ ਤੇ ਦਲਿਤ ਜਿਹੜਾ ਬੰਦਾ ਉਹ ਮਾਰਤਾ ਜੀ। ਜੀ ਗਿੱਲ ਸਾਹਿਬ, ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਔਰ ਇਹ ਦੋਨੇ ਬਹੁਤ ਪੜ੍ਹੇ ਲਿਖੇ, ਕੁੜੀ ਤੇ ਮੁੰਡਾ ਬਹੁਤ ਪੜ੍ਹੇ ਲਿਖੇ। ਮੁੰਡਾ BDPO ਆ, ਮੁੰਡਾ ਪੰਚਾਇਤ ਅਫਸਰ। ਔਰ ਇਹ ਦੋਨਾਂ ਦਾ ਜਿਹੜਾ ਮਤਲਬ ਵਿਆਹ ਹੈ ਇਹਨਾਂ ਨੇ ਆਪਸੀ ਕਰਵਾਇਆ। ਔਰ ਵਿਆਹ ਕਰਵਾਉਣ ਤੋਂ ਬਾਅਦ ਇਹ ਇਕੱਠੇ ਵੀ ਰਹੇ ਤਾਂ ਲੇਕਿਨ ਫਿਰ ਵੀ ਜਿਹੜਾ ਇਹਦਾ ਕਤਲ ਆਗਾ ਉਹ ਹੋਇਆਗਾ। ਔਰ ਇਹ ਦੋਨੇ ਜਾਣੇ ਗਿੱਲ ਸਾਹਿਬ ਗੋਰਖਪੁਰ ਜਿਹੜਾ ਮਿਲੇ ਸੀਗੇ, ਕਿਉਂਕਿ ਯੂਨੀਵਰਸਿਟੀ ਕੈਂਪਸ ਦੇ ਵਿੱਚ ਦੋਨਾਂ ਨੇ ਜਿਹੜੀ MA ਉਹ ਕੀਤੀ ਹੈਗੀ। ਔਰ ਉਸ ਤੋਂ ਬਾਅਦ ਦੋਨੇ ਉੱਚ ਸਿੱਖਿਆ ਜਿਹੜੀ ਇਹਨਾਂ ਦੋਨਾਂ ਨੇ ਦੀਨ ਦਿਆਲ ਉਪਾਧਿਆਇ ਯੂਨੀਵਰਸਿਟੀ ਗੋਰਖਪੁਰ ਤੋਂ ਕੀਤੀ। ਔਰ ਉਸ ਤੋਂ ਬਾਅਦ ਅਫਸਰ ਲੱਗੇ। ਫਿਰ ਇਹਨਾਂ ਨੇ ਵਿਆਹ ਗਾ ਜਿਹੜਾ ਉਹ ਕਰਵਾਇਆ। ਲੇਕਿਨ ਕਿਉਂਕਿ ਮੁੰਡੇ ਦਾ ਭਰਾ ਸਰਪੰਚ ਰਿਹਾ ਪਿੰਡ ਦਾ, ਮੁੰਡੇ ਦਾ ਬਾਪ ਆ ਜਿਹੜਾ ਉਹ ਵੀ ਇੱਕ ਬਿਜ਼ਨਸਮੈਨ ਆ ਵਿਦੇਸ਼ ਦੇ ਵਿੱਚ। ਲੇਕਿਨ ਫਿਰ ਵੀ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਗਿੱਲ ਸਾਹਿਬ ਜਾਤੀ ਪਾਤੀ ਜਿਹੜੀ ਪ੍ਰਥਾ ਵੈਸੇ ਹੈ ਆਪਣੇ ਪੰਜਾਬ ਦੇ ਵਿੱਚ ਵੀ, ਲੇਕਿਨ ਉੱਥੇ ਜਿਹੜੀ ਆ ਉਹ ਜ਼ਿਆਦਾ ਹੈ। ਤਾਂ ਜਿਸ ਕਰਕੇ ਇਹਦਾ ਕਤਲ ਆ ਜਿਹੜਾ ਉਹ ਹੋਇਆ। ਹੁਣ ਪਰਿਵਾਰ ਵਾਲੇ ਕਹਿ ਰਹੇ ਨੇ ਕਿ ਸਹੁਰਿਆਂ ਨੇ ਕਤਲ ਕੀਤਾ ਗਾ। ਔਰ ਲੜਕੀ ਖੁਦ ਕਹਿ ਰਹੀ ਹੈ ਕਿ ਮੇਰਾ ਪਰਿਵਾਰ ਆ ਜਿਹੜਾ ਉਹ ਪਰੇਸ਼ਾਨ ਕਰ ਰਿਹਾ ਸੀ ਲਗਾਤਾਰ ਜੀ। ਤੇ ਕੱਲ ਨੂੰ ਫੇਰ ਗੱਲ 9:15 ਵਜੇ ਹੁੰਦੀ ਹੈ ਜੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਰ ਨਵਕਿੰਦਰ ਸਿੰਘ ਪੱਤੀ ਦੇਸ਼ ਪੰਜਾਬ ਦੇ ਝਰੋਖੇ ਚੋਂ ਗੱਲਬਾਤ ਕਰ ਰਹੇ ਸੀ। ਪਰਸੋਂ ਨੂੰ ਸ਼ਨੀਚਰਵਾਰ ਨੂੰ ਲੌਂਗ ਵੀਕਐਂਡ ਹੈ, ਸੋਮਵਾਰ ਦਾ, ਪਰ 31 ਜੁਲਾਈ ਨੂੰ ਖਾਸ ਇੱਕ ਲਾਈਵ ਔਨ ਲੋਕੇਸ਼ਨ ਸੁੱਖੀ ਬਾਠ ਮੋਟਰਸ ਤੇ ਹੋ ਰਹੀ ਹੈ, ਜਿਹਦੇ ਵਿੱਚ ਇੱਕ ਡਰਾ ਜਿਹੜਾ ਹੈ, ਵੱਡਾ ਡਰਾ ਜਿਹੜਾ ਹੈ ਫਾਈਨਲ, ਜਿਸ ਦੀ ਅਗਸਤ 14 ਨੂੰ ਹੋਣਾ ਹੈ, ਉਸ ਦਿਨ ਇਨਾਮ ਨਿਕਲਣਾ 4:45 ਵਜੇ। ਤੇ ਉਸ ਦੇ ਲਈ ਡਰਾ ਦੇ ਵਿੱਚ ਹਿੱਸਾ ਕਿਵੇਂ ਪਾਉਣਾ ਹੈ, ਸੁੱਖੀ ਬਾਠ ਮੋਟਰਸ ਤੋਂ ਸੁੱਖੀ ਬਾਠ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਰ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਹਰਜੀਤ ਭਾਈ ਜੀ, ਪਹਿਲਾਂ ਤੇ ਤੁਹਾਨੂੰ ਤੇ ਤੁਹਾਡੇ ਢੇਰ ਸਾਰੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ, ਇਹ ਦੱਸਿਓ ਡਰਾ ਦੇ ਬਾਰੇ। ਹੁਣ ਤੱਕ ਫਾਈਨਲਿਸਟ ਜਿਹੜੇ ਨੇ ਪਰਮਜੀਤ ਕੰਗ ਤੇ ਸਰਬਜੀਤ ਕੌਰ ਜੌਹਲ, ਦਵਿੰਦਰ ਕੌਰ ਗਰਚਾ ਤੇ ਜੋਨਸ ਨਵੈਰੋ, 4 ਤਾਂ ਹੋ ਗਏ। ਡਰਾ ਕਾਹਦਾ ਜੀ ਇਹ ਵੈਸੇ ਜੀ ਹਰਜੀਤ ਭਾਈ ਜੀ, ਜਿਹੜਾ ਆਪਾਂ ਨੂੰ 1 ਸਾਲ ਹੋ ਗਿਆ ਜਿਹੜਾ ਸੁੱਖੀ ਬਾਠ ਦਾ ਜਿਹੜਾ ਟਰੱਕ ਸੈਂਟਰ ਆਪਾਂ ਖੋਲਿਆ ਨੂੰ। ਸੋ ਕਹਿੰਦੇ ਵੀ ਬਾਬੇ ਦੀ ਕਿਰਪਾ ਹੈ, ਵਧੀਆ ਕੋਵਿਡ ਦੇ ਦਿਨਾਂ ਵਿੱਚ ਵੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਸਾਡੀ ਕਮਿਊਨਿਟੀ ਨੇ, ਜਿਨ੍ਹਾਂ ਨੇ 42 ਈਅਰ ਤੋਂ ਮੈਨੂੰ ਪਹਿਲਾਂ ਵੀ ਬੜਾ ਸਾਥ ਦਿੱਤਾ ਹੈ ਜੀ, ਬੜੀ ਅੱਛੇ ਤਰੀਕੇ ਨਾਲ ਸਟੈਬਲਿਸ਼ ਹੋ ਗਿਆ ਹੈ। ਤੇ ਫਿਰ ਉਹ ਕਹਿੰਦੇ ਹੁੰਦੇ ਵੀ ਜਦ ਖੁਸ਼ੀਆਂ ਹੋਣ ਤਾਂ ਖੁਸ਼ੀਆਂ ਮਾਣ ਵੀ ਲੈਣੀਆਂ ਚਾਹੀਦੀਆਂ। ਬਿਲਕੁਲ। ਤੇ ਉਹਨੂੰ ਮੱਦੇ ਰੱਖਦੇ ਹੋਏ ਫਿਰ ਆਪਾਂ ਇੱਕ $5,100 ਦਾ ਜਿਹੜਾ ਡਰਾ ਰੱਖਿਆ ਆ, ਜਿਹਦੇ ਵਿੱਚ ਹਰਜੀਤ ਭਾਈ ਜਿਹੜੀ ਬਹੁਤ ਚੰਗੀ ਗੱਲ ਆ, ਕੋਈ ਸ਼ਰਤ ਨਹੀਂ ਹੈ। ਇਹ ਨਹੀਂ ਹੈ ਵੀ ਅਸੀਂ ਤੁਹਾਨੂੰ 5100 ਦਾ ਕ੍ਰੈਡਿਟ ਦੇ ਦਾਂਗੇ, ਇਹ ਨਹੀਂ ਆ ਵੀ ਸਾਡੇ ਤੋਂ ਸਰਵਿਸ ਇਹਦੀ ਕਰਾ ਲਿਓ ਜਾਂ ਇਹ ਸਾਨੂੰ ਡਾਊਨ ਪੇਮੈਂਟ ਦੇ ਦਿਓ, ਸਾਡੀ ਗੱਡੀ ਲੈ ਲਓ ਸਾਤੋਂ। ਇਹ ਕੰਪਲੀਟਲੀ $5,100 ਰੀਅਲ ਕੈਸ਼, ਕੋਈ ਉਹਦੇ ਤੇ ਸ਼ਰਤ ਨਹੀਂ ਹੈ। ਪਰਚੀ ਪਾਓ, ਔਰ ਪਰਚੀ ਪਾਉਣ ਦੇ ਜਿਹੜੇ 2 ਤਰੀਕੇ ਹੈਗੇ ਆ, ਉਹ ਮੈਂ ਜ਼ਰੂਰ ਤੁਹਾਡੇ ਸਰੋਤਿਆਂ ਨਾਲ ਸਾਂਝੇ ਕਰੂੰ। ਇੱਕ ਤੇ ਤੁਸੀਂ ਸਾਡੀਆਂ ਦੋਨਾਂ ਲੋਕੇਸ਼ਨਾਂ ਤੇ ਜਦੋਂ ਮਰਜੀ, ਅੱਜ ਵੀ ਕੱਲ ਵੀ, 14 ਅਗਸਤ ਤੱਕ ਤੁਸੀਂ ਜਦੋਂ ਮਰਜੀ ਆ ਕੇ ਆਪਣੀ ਪਰਚੀ ਪਾ ਸਕਦੇ ਹੋ। ਉਹਦੇ ਲਈ ਤੁਹਾਡੇ ਕੋਲ ਤੁਹਾਡੀ ਏਜ 19 ਈਅਰ ਹੋਣੀ ਚਾਹੀਦੀ ਆ, ਬਸ ਇਹੀ ਇੱਕ ਸ਼ਰਤ ਹੈ। ਤੇ ਦੂਸਰਾ ਜਿਹੜਾ ਆ, ਤੁਸੀਂ sukhibaathmotor.com ਦੇ ਵੈਬਸਾਈਟ ਤੇ ਜਾ ਕੇ ਪਹਿਲੇ ਪੇਜ ਤੇ ਹੀ ਕੰਟੈਸਟ ਦਾ ਇੱਕ ਆਈਕਨ ਜਿਹਾ ਬਣਿਆ ਹੋਇਆ ਹੈ, ਉਹਨੂੰ ਦੱਬੋ ਤੇ ਉਹਦੇ ਵਿੱਚ ਨਾਂ ਤੇ ਫੋਨ ਨੰਬਰ ਤੇ ਈਮੇਲ ਆਪਣੀ ਪਾ ਦਿਓ। ਉਹ ਤੁਹਾਡੇ ਸਾਡਾ ਸਟਾਫ ਨੂੰ ਰਾਈਟ ਵੇ ਮਿਲਦੀ ਤੇ ਅਸੀਂ ਰਾਈਟ ਵੇ ਉਹਦਾ ਰਿਸਪੌਂਸ ਵੀ ਦੇ ਦਈਦਾ।
ਤੇ ਉਹਨੂੰ ਅਸੀਂ ਪ੍ਰਿੰਟ ਕਰਕੇ ਆਪਣੇ ਜਿਹੜਾ ਡਰਾ ਬਾਕਸ ਆ ਡਰਾਮੇ ਆ ਜਿਹੜਾ ਉਹਦੇ ਵਿੱਚ ਪਾ ਦਿੰਨੇ ਹੈਗੇ ਆ। ਸੋ ਇਹ ਦੋ ਤਰੀਕੇ ਜਿਹੜੇ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ। ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਸ਼ਨ ਹੋਵੇ ਤੇ ਐਸ ਸੈਚਰਡੇ ਨੂੰ ਤੁਸੀਂ ਆਉਣਾ, ਤੁਹਾਡੇ ਸਾਰੇ ਸਟਾਫ ਨੇ ਆਉਣਾ ਤੇ ਆਪਾਂ 4:45 ਵਜੇ ਇੱਕ ਜਿਹੜਾ ਆਪਣਾ 5ਵਾਂ ਫਾਈਨਲਿਸਟ ਹੋਏਗਾ ਉਹ ਚੁਣਾਂਗੇ ਤੇ ਅਗਸਤ 14 ਨੂੰ ਜਿਹੜਾ ਹਰੇਕ ਸੈਚਰਡੇ ਇੱਕ ਆਪਾਂ ਫਾਈਨਲਿਸਟ ਚੁਣਦੇ ਹੈਗੇ ਆ ਜੀ ਤੇ 14 ਅਗਸਤ ਨੂੰ ਆਪਾਂ ਇਹਦਾ ਫਾਈਨਲ ਡਰਾ ਕੱਢਾਂਗੇ ਤੇ ਉਸ ਦਿਨ ਤੁਹਾਡਾ ਜਿਹੜੇ ਇਹ ਜੇਤੂ ਨੇ ਉਸ ਦਿਨ ਉਹ ਜੇਤੂ ਦਾ ਉੱਥੇ ਆਉਣਾ ਜ਼ਰੂਰੀ ਹੋਏਗਾ, ਉਸ ਤੋਂ ਪਹਿਲਾਂ ਤੁਹਾਡਾ ਆਉਣਾ ਜ਼ਰੂਰੀ ਨਹੀਂ ਹੈ। ਅੱਛਾ ਬਾਈ ਜੀ ਇੱਕ ਦੱਸਿਓ ਬਈ ਇਹਦੇ ਵਿੱਚ ਜਿਹੜਾ ਡਰਾ ਹੈ ਇਹਦੇ ਵਿੱਚ ਆਪਾਂ ਇਹ ਕੱਢ ਕੀ ਰਹੇ ਆ, ਇਨਾਮ ਕੀ ਹੈ? $5100 ਕੈਸ਼ ਜੀ। ਵਾਹ। ਜਾਂ ਪਰਚੀ ਨਿਕਲੂਗੀ, ਜਿਹੜਾ ਬੰਦਾ ਪਰਚੀ ਜਿਹਦੇ ਨਾਂ ਦੀ ਪਰਚੀ ਨਿਕਲੂਗੀ ਉਹਦੇ ਹੱਥ ਤੇ $100 ਦੇ 51 ਨੋਟ ਰੱਖ ਦਿੱਤੇ ਜਾਣਗੇ ਜੀ, ਪੂਰੀ ਕੀੜੀ ਵਰਗੇ। ਅੱਛਾ ਇੱਕ ਦੱਸਿਓ ਮੈਨੂੰ ਬਈ ਇਹ 4 ਦਹਾਕਿਆਂ ਦਾ ਜਿਹੜਾ ਸਫ਼ਰ ਹੈ ਤੁਹਾਡਾ ਜਾਂ ਤੁਹਾਡੇ ਸਟਾਫ ਦਾ, ਕਿਹੜੀ ਚੀਜ਼ ਆ, ਕਿਹੜੀ ਵਿਸ਼ੇਸ਼ਤਾ ਜਿਹੜਾ ਇੰਨਾ ਲੰਬਾ ਸਫ਼ਰ ਤੇ ਉਸ ਤੋਂ ਬਾਅਦ ਭਾਈਚਾਰੇ ਦਾ ਹੰਗਾਰਾ ਦੇਣਾ, ਬਿਜ਼ਨਸ ਦਾ ਐਕਸਪੈਂਡ ਹੋਣਾ ਤੇ ਤੁਹਾਡੇ ਦੇਖਦਿਆਂ ਹੁਣ ਫਰੇਜ਼ਰ ਹਾਈਵੇ ਦੇ ਉੱਪਰ ਕੀ ਹੋ ਰਿਹਾ, ਕੀ ਬਣ ਰਿਹਾ ਤੇ ਕਿਤੇ 4 ਦਹਾਕੇ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਵੀ ਇੱਥੇ ਕੀ ਹੋਣਾ। ਸੋ ਇਹ ਸਫਲਤਾ ਦਾ ਰਾਜ ਕੀ ਹੈ ਜੀ? ਹਰਜੀਤ ਭਾਈ ਜੀ ਪਹਿਲਾਂ ਤੇ ਕਹਿੰਦੇ ਜਿਹੜਾ ਉੱਪਰ ਵਾਲਾ ਨਾ, ਜਿਹਨੂੰ ਵੀ ਆਪਾਂ ਮੰਨੀਏ, ਵਾਹਿਗੁਰੂ, ਅੱਲਾਹ ਤਾਲਾ, ਭਗਵਾਨ, ਜੋ ਵੀ ਆਪਾਂ ਜਿਹਨੂੰ ਵੀ ਮੰਨਦੇ ਆ, ਉਹਦਾ ਕਹਿੰਦੇ ਆਪਣੇ ਸਿਰ ਤੇ ਬਲੈਸਿੰਗ ਹੋਣੀ, ਸਾਇਆ ਸਿਰ ਤੇ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਉਹਦੇ ਲਈ ਉੱਪਰ ਵਾਲੇ ਦਾ ਵੀ ਪਹਿਲਾਂ ਧੰਨਵਾਦ ਕਰਦਾ। ਫਿਰ ਤੁਸੀਂ ਜੇ ਸਮਾਜ ਦੇ ਵਿੱਚ ਤੁਸੀਂ ਰੋਜ਼ ਵਿਚਰਦੇ ਹੋ, ਜੰਮੇ ਹੋ, ਪਲੇ ਹੋ, ਜਵਾਨ ਹੋਏ ਹੋ, ਜੇ ਸਮਾਜ ਦੇ ਵਿੱਚੋਂ ਤੁਸੀਂ ਰਿਜ਼ਕ ਖਾ ਰਹੇ ਹੋ, ਰੋਟੀ ਖਾ ਰਹੇ ਹੋ, ਉਹ ਸਮਾਜ ਦੇ ਨਾਲ ਹਰ ਪਹਿਲੂ ਤੋਂ ਜੁੜੇ ਰਹਿਣਾ, ਬੇਸ਼ੱਕ ਉਹ ਇਕੱਲੇ ਬਿਜ਼ਨਸ ਦੀ ਗੱਲ ਨਹੀਂ ਆ, ਵੱਖਰੇ ਵੱਖਰੇ ਪੁਆਇੰਟ ਤੋਂ ਜਿੱਥੇ ਕਿ ਵੀ ਹੁਣ ਤੇ ਵਾਹਿਗੁਰੂ ਨੇ ਬੜਾ ਵਧੀਆ ਸਥਾਨ ਬਣਾਤਾ, ਪਹਿਲੀਆਂ ਚ ਵੀ ਜਿੰਨਾ ਕੁ ਮੇਰੇ ਤੋਂ ਸਰਿਆ ਹਰੇਕ ਸੰਸਥਾ, ਮੈਂ ਅਜੀਤਵਾ ਜੀ ਤੁਹਾਡੇ ਪ੍ਰੋਗਰਾਮ ਤੇ ਬੜਾ ਦੂਰ ਤਾਈਂ ਸੁਣਿਆ ਜਾਂਦਾ, ਅੱਜ ਤਾਈਂ ਕੋਈ ਮੈਨੂੰ ਸੰਸਥਾ ਫੋਨ ਕਰਕੇ ਵੀ ਦੱਸ ਸਕਦੀ ਜੇ ਉਹ ਕਿਸੇ ਕਾਰਨ ਜਿਹੜਾ ਸੋਸ਼ਲ ਵਰਕ ਕਰਦੇ ਆ ਕਿਸੇ ਸੰਸਥਾ ਨੂੰ ਖਾਲੀ ਮੋੜਿਆ ਹੋਵੇ ਜਾਂ ਉਹਨਾਂ ਦੇ ਨਾਲ ਤੁਰਿਆ ਨਾ ਹੋਵਾਂ, ਬਹੁਤਾ ਨਹੀਂ 200 400 500 ਦੀ ਭਾਵੇਂ ਚੈੱਕ ਦੇ ਕੇ ਤੋਰਦਾ ਜ਼ਰੂਰ ਆ, ਕਿਉਂਕਿ ਮੇਰੇ ਜਿਸ ਦਿਨ ਮੈਂ ਕੈਨੇਡਾ ਆਇਆ ਸੀ 45 ਸਾਲ ਪਹਿਲਾਂ, ਉਹ ਦਿਨ ਤੇ ਅੱਜ ਦੇ ਦਿਨ ਇਹ ਮੇਰੇ ਭਾਈਚਾਰੇ ਦੀ ਦੇਣ ਆ। ਸੋ ਆਈ ਆਲਵੇਜ਼ ਸਲੂਟ ਮਾਈ ਭਾਈਚਾਰਾ, ਆਲਵੇਜ਼ ਲਵ ਐਵਰੀਬਾਡੀ। ਮੈਂ ਕਿਸੇ ਦੇ ਕੰਮ ਆ ਸਕਾਂ, ਮੈਂ 24 ਘੰਟੇ ਸਦਾ ਤਿਆਰ ਰਹਿਣਾ ਆ। ਇਹੀ ਇੱਕ ਰਾਜ ਹੈ ਜਿਹੜਾ ਭਾਈਚਾਰੇ ਦੇ ਨਾਲ ਚੱਲਣਾ ਨੈਚੁਰਲੀ ਆ। ਤੁਸੀਂ ਅਗਰੈਸਿਵ ਬਿਜ਼ਨਸ ਦੇ ਵਿੱਚ ਹੁੰਦੇ ਹੋ, ਇਮਾਨਦਾਰੀ ਜਿਹੜੀ ਆ ਜਾਂ ਜ਼ਬਾਨ ਦਾ ਪੱਕਾ ਆਦਮੀ ਜਿਹੜਾ ਹੋਵੇ ਉਹਨੂੰ ਕਦੀ ਵੀ ਬਿਜ਼ਨਸ ਦਾ ਘਾਟਾ ਨਹੀਂ ਹੁੰਦਾ, ਮੇਰਾ ਆਪਣਾ ਮੰਨਣਾ ਹੈ। ਸੋ ਮੈਂ ਵੀ ਕੋਸ਼ਿਸ਼ ਕੀਤੀ ਆ ਤੇ ਆਪਣੇ ਸਮਾਜ ਨੇ, ਮੇਰੇ ਭਾਈਚਾਰੇ ਨੇ ਬੜੀ ਕੋਸ਼ਿਸ਼ ਕੀਤੀ ਆ ਕਿ ਮੇਰੇ ਨਾਲ ਜੁੜੇ ਰਹੀਏ ਤੇ ਅਸੀਂ ਵੀ ਵਾਕਿੰਗ ਵੈਰੀ ਨਾਈਸਲੀ ਐਂਡ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਜੀ। ਅੱਛਾ ਇੱਕ ਹੋਰ ਦੱਸਿਓ, ਜਿਹੜੀ ਤੁਹਾਡੀ ਇਹ ਸੁੱਖੀ ਬਾਠ ਮੋਟਰਸ ਹੈ, ਤੁਹਾਡੀ ਜਿਹੜੀ ਰਿਪੇਅਰ ਸ਼ਾਪ ਆ ਤੇ ਗੱਡੀਆਂ ਨੂੰ ਡੀਟੇਲ ਕਰਨ ਦੀ ਜਿਹੜੀ ਸ਼ਾਪ ਹੈ ਉਹਦੇ ਬਾਰੇ ਵੀ ਦੱਸੋ ਜੀ। ਉਹ ਪੂਰੀ ਇੱਕ ਤੁਹਾਡਾ ਡਿਪਾਰਟਮੈਂਟ ਹੈ ਦੋਨੇ ਪਾਸੇ? ਹਾਂਜੀ ਵੀਰ ਜੀ, ਦੋਨਾਂ ਲੋਕੇਸ਼ਨਾਂ ਤੇ ਸਾਡੀ ਰਿਪੇਅਰ ਸ਼ਾਪ ਤੇ ਡੀਟੇਲ ਸ਼ਾਪਸ ਹੈਗੀਆਂ ਨੇ। ਰਿਪੇਅਰ ਸ਼ਾਪਸ ਦੇ ਵਿੱਚ ਸਾਡੇ ਕੋਲ ਜਿਹੜੇ ਰੈੱਡ ਸੀਲ ਮਕੈਨਿਕਸ ਨੇ, ਹਰ ਤਰ੍ਹਾਂ ਦੀ ਜਿਹੜੀ ਗੱਡੀ ਆ ਉਹਦੀ ਮੇਨਟੇਨੈਂਸ, ਉਹਦੀ ਰਿਪੇਅਰ, ਕੁਛ ਵੀ ਉਹਦਾ ਹੋਵੇ, ਜਦ ਮੈਂ ਯਕੀਨ ਰੱਖਦਾ ਜਿਹੜੀਆਂ ਲੱਖਾਂ ਦੀ ਗਿਣਤੀ ਚ ਹਰਜੀਤ ਭਾਈ ਜੀ 42 ਸਾਲਾਂ ਦੇ ਵਿੱਚ ਗੱਡੀਆਂ ਮੈਂ ਆਪਣੇ ਹੱਥੀਂ ਪਲੇਟਾਂ ਲਾਈਆਂ ਨੇ। ਮੇਰੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਮੈਂ ਸਰਵ ਵੀ ਕਰਦਾ ਰਹਾਂ, ਉਹਨਾਂ ਦੇ ਆਇਲ ਚੇਂਜ ਵੀ ਗੱਡੀ ਦਾ ਹੁੰਦਾ ਰਹੇ, ਟਿਊਨ ਅਪ ਵੀ ਹੁੰਦੀ ਰਹੇ, ਕੋਈ ਭੱਜ ਟੁੱਟ ਹੋਵੇ ਉਹ ਵੀ ਅਸੀਂ ਬਹੁਤ ਹੀ ਵਧੀਆ ਰੇਟ ਤੇ ਅਸੀਂ ਉਹਨਾਂ ਨੂੰ ਉਹ ਕਰਕੇ ਦਿੰਨੇ ਹੈਗੇ ਆ। ਨਾਲ ਦੀ ਨਾਲ ਤੁਹਾਡੀ ਗੱਡੀ 2 ਸਾਲ ਹੋ ਗਏ ਲਏ ਨੂੰ, ਇੰਜਨ ਡਰਟੀ ਹੋ ਗਿਆ ਹੈ, ਸੀਟਾਂ ਨਿਆਣਿਆਂ ਨੇ ਚੌਕਲੇਟ ਲਾਤਾ, ਡਰਟੀ ਹੋ ਗਈਆਂ ਨੇ, ਉਹਦਾ ਡੀਟੇਲ ਕਰਾਣੀ ਆ, ਉਹਨੂੰ ਚਮਕਾਉਣਾ ਆ, ਉਹਨੂੰ ਅੰਦਰੋਂ ਬਾਹਰੋਂ ਸਾਰਾ ਕੁਝ ਕਰਨਾ। ਤੇ ਮੇਰੇ ਕੋਲ ਵੈਰੀ ਪ੍ਰੋਫੈਸ਼ਨਲ ਡਿਪਾਰਟਮੈਂਟ ਹੈਗਾ ਦੋਨਾਂ ਸਟੋਰਾਂ ਤੇ, ਜਿਹੜੇ ਕਿ ਤੁਹਾਨੂੰ ਅਸੀਂ ਬਹੁਤ ਹੀ ਵਾਜਿਬ ਕੀਮਤ ਤੇ ਉਹ ਵੀ ਕਰਕੇ ਦੇ ਦਿੰਨੇ ਆ। ਅੱਛਾ, ਦੋਨੇ ਪਾਸੇ ਟਰੱਕ ਸੈਂਟਰ ਤੇ ਸੁੱਖੀ ਬਾਠ ਮੋਟਰਸ ਤੇ ਤੁਹਾਡੀਆਂ ਗੱਡੀਆਂ ਜਦ ਲੰਘਦੇ ਲੋਕ ਵੇਖਦੇ ਆ
ਮਤਲਬ ਚੁਣ ਕੇ ਗੱਡੀਆਂ ਖੜੀਆਂ ਹੁੰਦੀਆਂ ਤੇ ਹਰ ਮੇਕ ਮਾਡਲ ਤੇ ਬਹੁਤ ਵਧੀਆ ਜਿਹੜੀ ਆਈ ਕੈਚਿੰਗ ਇਨਵੈਂਟਰੀ ਹੈ, ਤੇ ਉਸ ਦੇ ਬਾਰੇ ਵੀ ਅਖੀਰ 'ਚ ਦੱਸ ਕੇ ਜਾਓ ਕਿਹੜੀਆਂ ਗੱਡੀਆਂ ਤੇ ਟਰੱਕ ਇਸ ਸਮੇਂ ਨੇ। ਹਾਂਜੀ ਵੀਰ ਜੀ, ਜਿਹੜਾ ਆਪਣੇ ਟਰੱਕ ਸੈਂਟਰ ਦਾ ਜਿਹੜਾ ਖਾਸ ਮੇਰਾ ਮਕਸਦ ਵੀ ਜਿਹੜਾ ਸੀਗਾ ਕਿ ਮੇਰਾ ਭਾਈਚਾਰਾ ਬਹੁਤ ਜੁੜਿਆ ਹੋਇਆ ਹੈ, ਜਿਹੜੇ ਕਿ ਸੈਲਫ ਇੰਪਲੋਈ ਨੇ, ਆਪਣੇ ਛੋਟੇ ਕੰਮ ਚਲਾਏ ਨੇ, 2 ਜਾਣੇ 3 ਜਾਣੇ, ਔਰ ਕਿਸੇ ਟਾਈਮ 'ਤੇ ਤਾਂ ਇਕੱਲਾ ਵੀ ਆ, ਕੋਈ ਆਪੇ ਹੀ ਉਹ ਕਾਰਪੈਂਟਰੀ ਕਰ ਰਿਹਾ ਜਾਂ ਕੁਛ ਕਰ ਰਿਹਾ, ਕਿ ਜੇ ਉਹਦਾ ਮੈਂ 2 ਸਾਲ ਤੋਂ ਇਹਨੂੰ ਵਾਚ ਕਰਦਾ ਸੀ ਬਹੁਤ ਕਲੋਜ਼ਲੀ। ਆਪਾਂ ਸਵੇਰੇ 7 ਵਜੇ ਕਿਸੇ ਵੀ ਸੜਕ ਤੇ ਜੇ ਖੜ ਜਾਂਦੇ ਆ ਤੇ ਜੇ 10 ਗੱਡੀਆਂ ਲੰਘਦੀਆਂ ਨੇ, ਵਿੱਚੋਂ 6 ਜਾਂ 7 ਗੱਡੀਆਂ ਮੇਰੇ ਭਾਈਚਾਰੇ ਦੀਆਂ, ਮੇਰੇ ਭਰਾਵਾਂ ਦੀਆਂ ਹੁੰਦੀਆਂ ਨੇ, ਵੈਨਸ ਹੋਣ, ਟਰੱਕਸ ਹੋਣ, ਫਲੈਟ ਡੈਕਸ ਹੋਣ। ਸੋ ਜਿਹੜਾ ਟਰੱਕ ਸੈਂਟਰ ਦਾ ਜਿਹੜਾ ਥੀਮ ਵੀ ਇਹ ਸੀਗਾ ਕਿ ਮੈਂ ਭਾਈਚਾਰੇ ਦੀ ਲੋੜ ਨੂੰ ਪੂਰੀ ਕਰਾਂ। ਸੋ ਮੇਰੇ ਕੋਲ ਉੱਥੇ ਫਲੈਟ ਡੈਕਸ, ਕਿਊ ਵੈਨਸ, ਪਿਕਅਪਸ ਟਰੱਕ, ਜਿਹੜੀਆਂ ਮਰਸੀਡੀਜ਼ ਦੀਆਂ ਵੱਡੀਆਂ ਜਾਂ ਫੋਰਡ ਦੀਆਂ ਜਾਂ ਕ੍ਰਾਈਸਲਰ ਦੀਆਂ ਵੱਡੀਆਂ ਵੈਨਾਂ ਨੇ ਬੇਸ਼ੁਮਾਰ। ਇਸ ਵੇਲੇ ਮੇਰੇ ਕੋਲ ਮਰਸੀਡੀ ਦੀਆਂ ਮੇਰੇ ਖਿਆਲ 40 ਦੇ ਕਰੀਬ ਵੈਨਸ ਖੜੀਆਂ ਨੇ, 2 ਸੀਟਾਂ, 3 ਸੀਟਾਂ ਜਾਂ 5 ਸੀਟਾਂ ਵਾਲੀਆਂ। ਸੋ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਤਰ੍ਹਾਂ ਦੀ ਦੋਨਾਂ ਲੋਕੇਸ਼ਨਾਂ ਤੇ ਦੂਈ ਫਰੇਜ਼ਰ ਹਾਈ ਵਾਲੀ ਤੇ ਵੀ ਹਰ ਤਰ੍ਹਾਂ ਦੀ ਲਗਜ਼ਰੀ ਤੋਂ ਲਗਜ਼ਰੀ ਗੱਡੀ ਜਾਂ ਤੁਹਾਡੇ ਬਜਟ ਮੁਤਾਬਕ $50 ਵੀਕ ਵਾਲੀ ਗੱਡੀ, ਆਈ ਕੈਰੀ ਔਨ ਐਵਰੀਥਿੰਗ। ਐਂਡ ਫਿਰ ਇੱਕ ਰੇਡੀਓ ਸਟੇਸ਼ਨ ਤੇ ਅਖੀਰ ਤੇ ਕਹਾਂਗਾ, ਮੈਂ ਕਹਿ ਹੀ ਨਹੀਂ ਰਿਹਾ, ਮੈਂ ਵਾਅਦਾ ਕਰਦਾ ਵੀ ਕਿਸੇ ਨੂੰ ਫਾਈਨੈਂਸ ਦੀ ਪ੍ਰੋਬਲਮ ਹੈ, ਗੱਡੀ ਦੇ ਕੇ ਹੀ ਘਰ ਨੂੰ ਤੋਰਾਂਗੇ, ਗਰੰਟੀ ਹੋਏਗੀ ਫਾਈਨੈਂਸ। ਕਹਿਣ ਦੀਆਂ ਗੱਲਾਂ ਤੇ ਕਰਨ ਦੀਆਂ ਗੱਲਾਂ 'ਚ ਫਰਕ ਬਹੁਤ ਹੁੰਦਾ ਹੈ, ਰੌਲਾ ਤਾਂ ਬਹੁਤ ਕੁਛ ਬਾਅਦ ਪੈਂਦਾ ਰਹਿੰਦਾ ਹੈ, ਪਰ ਕੀਤੇ ਦੀ ਜਿਹੜਾ ਫੇਰ ਹੀ ਬੰਦਾ ਕਾਮਯਾਬ ਰਹਿੰਦਾ, ਜੋ ਤੁਸੀਂ ਕਿਹਾ ਉਹ ਕਰ ਦਿਓ। ਸੋ ਫਾਈਨੈਂਸਿੰਗ ਹਰੇਕ ਲਈ ਅਵੇਲੇਬਲ ਹੈਗੀ ਆ। 604 580 1000 ਤੇ ਫੋਨ ਕਰ ਲਓ ਜਾਂ sukhibadmotor.com ਤੇ ਇਨਵੈਂਟਰੀ ਰਿਵਿਊ ਕਰ ਲਓ ਜਾਂ ਆਪਣੀ ਪਰਚੀ ਉੱਥੇ ਪਾ ਦਿਓ। ਅੱਛਾ, ਇੱਕ ਸਵਾਲ ਬਹੁਤ ਲੋਕਾਂ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਫਾਈਨੈਂਸ ਹੈ, ਦੇਖੋ ਤੁਹਾਡਾ ਬਿਜ਼ਨਸ ਹੈ, ਉਹਨੂੰ ਕਰਨ ਦਾ ਤੁਹਾਡਾ ਢੰਗ ਹੈ, ਅਸੀਂ ਉਸ ਨੂੰ ਕਹਿ ਨਹੀਂ ਸਕਦੇ ਤੁਸੀਂ ਕਿਵੇਂ ਕਰਨਾ, ਕਿਸੇ ਕੋਲ ਕੋਈ ਚੈਲੰਜ ਨਹੀਂ ਹੈ, ਪਰ ਇਹ ਕੀ ਗੱਲ ਹੈ ਬਾਠ ਸਾਹਿਬ ਬਈ ਕਈ ਫਾਈਨੈਂਸ ਮਹਿੰਗੇ ਕਿਉਂ ਇੰਨੇ ਹੁੰਦੇ ਨੇ? ਬਈ ਕੋਈ ਨਾਰਮਲ ਕਿਸੇ ਨੂੰ 3-4% ਤੇ ਮਿਲਦਾ, ਕਿਸੇ ਨੂੰ 12-14 ਤੇ ਮਿਲਦਾ, ਇਹ ਕੀ ਕਾਰਨ ਹੁੰਦਾ? ਹਾਂ ਵੀਰ ਜੀ, ਵੈਸੇ ਬਹੁਤ ਵੱਡਾ ਇੱਕ ਸਵਾਲ ਹੈਗਾ ਆ। ਉਹਦੇ ਵਿੱਚ ਅਸੀਂ ਆਪਣੇ ਕੋਲੋਂ 2.9% ਤੇ ਵੀ ਫਾਈਨੈਂਸ ਕਰਕੇ ਦਿੰਨੇ ਆ। ਜਿਹੜਾ ਕੋਈ ਵੀ ਫਾਈਨੈਂਸਿੰਗ ਕੰਪਨੀ ਆ ਉਹ ਹਰੇਕ ਇੰਡੀਵਿਜੂਅਲ ਐਪਲੀਕੇਸ਼ਨ ਨੂੰ ਰਿਸਕ ਫੈਕਟਰ ਤੇ ਕੈਲਕੂਲੇਟ ਕਰਦੀ। ਜੇ ਤੁਸੀਂ ਕ੍ਰੈਡਿਟ ਕਿਸੇ ਤੋਂ ਲੈ ਲਿਆ, 4-3 ਵੀਜ਼ੇ ਕਾਰਡ ਬਣਾ ਲਏ, ਉਹਨਾਂ ਦੀ ਪੇਮੈਂਟ ਨਹੀਂ ਦਿੱਤੀ, ਉਹਨਾਂ ਦੇ 2-2, 3-3 ਹਜ਼ਾਰ ਅਕਾਊਂਟ ਬੰਦ ਹੋ ਗਏ ਨੇ, ਉਹ ਕਲੈਕਸ਼ਨ 'ਚ ਚਲੇ ਗਏ ਨੇ, ਫਿਰ ਥੋੜਾ ਜਿਹਾ ਹਰੇਕ ਬੰਦੇ ਨੂੰ ਇਹ ਚੀਜ਼ ਨੂੰ ਰੀਅਲਾਈਜ਼ ਕਰਨਾ ਪਊਗਾ ਵੀ ਤੁਸੀਂ ਕੋਈ ਗਲਤੀ ਕੀਤੀ ਆ, ਕਿਸੇ ਦੇ ਪੈਸੇ ਮਾਰੇ ਆ, ਤੁਹਾਨੂੰ ਥੋੜਾ ਜਿਹਾ ਤੇ ਫਿਰ ਉਹਦਾ ਸੇਕ ਲੱਗਣਾ ਵੀ ਚਾਹੀਦਾ ਆ। ਤੇ ਜਿਹੜੇ ਮਤਲਬ A1 ਲੋਕ ਨੇ, A1 ਕ੍ਰੈਡਿਟਸ ਨੇ, ਉਹ ਆਪਣੇ ਆਪ ਦੀ ਲੁੱਕ-ਆਊਟ ਵਧੀਆ ਕਰਦੇ ਨੇ। 1.9% ਤੋਂ ਅਸਲੀ ਵੈਸੇ ਜਿਹੜੀਆਂ ਕਾਰਾਂ ਵਾਲਾ ਤੇ ਕਮਰਸ਼ੀਅਲ ਵਾਲਾ 2.9 ਤੋਂ ਵੀ ਅਸੀਂ ਦਿੰਨੇ ਆ। ਤੇ ਜਿਹੜਾ ਕ੍ਰੈਡਿਟ ਆ ਵੀਰ ਜੀ, ਇਹ ਜਿਹੜਾ ਆਪਾਂ ਕਿਸੇ ਵਿਹਲੇ ਟਾਈਮ ਨਾ ਤੁਹਾਡੇ ਟਾਕ ਸ਼ੋ ਤੇ ਇਹ ਗੱਲ ਮੈਂ ਕਰਨੀ ਚਾਹੁੰਦਾ ਜੀ। ਹਾਂ, ਬਹੁਤ ਹੀ ਇੰਪੋਰਟੈਂਟ ਇੱਕ ਫੈਕਟਰ ਆ ਸਾਡੀ ਲਾਈਫ ਦਾ। ਤੇ ਸਾਡੇ ਜਿਹੜੇ ਬੱਚੇ ਆ ਰਹੇ ਨੇ, ਅਸੀਂ ਨਿਊ ਕਮਰਸ ਆ ਰਹੇ ਆ, ਸਾਡੀ ਇੰਨੀ ਨੌਲੇਜ ਨਹੀਂ ਆ, ਤੋਂ ਕਈ ਵਾਰੀ ਵੀ ਛੋਟੀ ਐਵੇਂ $300 ਬਦਲੇ ਕ੍ਰੈਡਿਟ ਖਰਾਬ ਕਰਕੇ ਬਹਿ ਜਾਂਦੇ ਨੇ, 7 ਸਾਲ ਉਹ ਭੁਗਤਦੇ ਨੇ ਉਹਨੂੰ। ਬਿਲਕੁਲ ਠੀਕ ਜੀ, ਧੰਨਵਾਦ ਜੀ, ਬਹੁਤ ਬਹੁਤ ਤੇ ਸ਼ੁਭ ਸ਼ਾਮਾਂ। So nice, Vijay. I see you Saturday and have a wonderful day today. Yes. You too. Thank you ਜੀ, thank you. ਸੁਖੀ ਬਾਠ ਮੋਟਰਸ ਤੋਂ ਗੱਲਬਾਤ ਕਰ ਰਹੇ ਸੀ। ਲਾਈਵ ਔਨ ਲੋਕੇਸ਼ਨ ਹੋਣੀ ਹੈ ਇਸ ਸ਼ਨੀਚਰਵਾਰ ਨੂੰ ਸ਼ੇਰੇ ਪੰਜਾਬ ਵੱਲੋਂ ਗੱਜੂ ਸ਼ੇਰ। ਵੀਰਵਾਰ ਨੂੰ ਪਿਛਲੇ 1.5 ਮਹੀਨੇ ਤੋਂ ਆਪਾਂ ਮੂਲ ਵਾਸੀਆਂ ਦੀ ਗੱਲ ਕਰਦੇ ਹਾਂ। ਅੱਛਾ, ਇਹ ਜਿਹੜੀ ਇਹਨਾਂ ਦੀ ਕਹਾਣੀ ਹੈ, ਭਾਵਨਾ, ਉਹਨਾਂ ਦਾ ਦਿਲ, ਤੇ ਜਾਂ ਫਿਰ ਨਸਲਕੁਸ਼ੀ, ਜੈਨੋਸਾਈਡ, ਐਕਸਪਲੋਇਟੇਸ਼ਨ ਤੁਸੀਂ ਆਪਣੇ ਤੌਰ ਤੇ ਜਾਂ ਨੇਸ਼ਨ ਦੇ ਤੌਰ ਤੇ ਮਹਿਸੂਸ ਕੀਤੀ ਹੋਵੇ ਤਾਂ ਫਿਰ ਪਤਾ ਲੱਗਦਾ ਵੀ ਦਰਦ ਕੀ ਹੈ। ਜਦ ਤੁਸੀਂ ਖੁਦ ਕਿਸੇ ਚੀਜ਼ ਦੀ ਗੱਲ ਕਰੋ ਤੇ ਉਹਦਾ ਤਜਰਬਾ ਵੇਖਿਆ ਹੋਵੇ ਤਾਂ ਉਸ ਨੂੰ ਬਿਆਨਣਾ ਬਹੁਤ ਸੌਖਾ ਹੈ। ਇਹਨਾਂ ਲੋਕਾਂ
ਇੱਕ ਕਨਵਰਸੇਸ਼ਨ ਮੈਨੂੰ ਯਾਦ ਆ ਰਹੀ ਹੈ ਕੈਮਲੂਪਸ ਦੀ। ਉੱਥੇ ਬੰਦਾ ਇੱਕ ਸਾਡੇ ਰਾਈਡਰ ਦਲਜੀਤ ਸਿੰਘ ਨਾਲ ਗੱਲ ਕਰ ਰਿਹਾ ਸੀ, ਦਲਜੀਤ ਸੰਧੂ ਨਾਲ। ਕੁਦਰਤ ਦੀ ਗੱਲ ਚੱਲ ਪਈ। ਉਹ ਕਹਿੰਦਾ ਕੁਦਰਤ ਕਰੀ ਜਾਂਦੇ, ਤੁਸੀਂ ਪਾਣੀ ਨੂੰ ਨਾ ਹੱਥ ਲਾਓ, ਮੱਛੀ ਨੂੰ ਨਾ ਹੱਥ ਲਾਓ, ਦਰਖਤ ਨਾ ਵੱਢੋ, ਦਰਖਤ ਸਾਡੇ ਪਿਓ ਨੇ, ਕਿਵੇਂ ਸਰਵਾਈਵ ਕਰੋਗੇ? ਇੰਡਸਟਰੀਅਲਾਈਜੇਸ਼ਨ, ਇਹ ਰਿਫਾਰਮ, ਇਹ ਸਾਰਾ ਕੁਝ ਕਰਨਾ ਪੈਂਦਾ। ਉਹ ਕਹਿੰਦਾ ਕਿਹਦੇ ਲਈ ਕਰਨਾ ਪੈਂਦਾ? ਉਹ ਕਹਿੰਦਾ ਜ਼ਿੰਦਗੀ ਜਿਉਣ ਲਈ। ਕਹਿੰਦਾ ਜੀ ਓਕੇ ਠੀਕ ਹੈ, ਜ਼ਿੰਦਗੀ ਜਿਉਣ ਦੇ ਲਈ ਵਿਨਾਸ਼ ਕੁਦਰਤ ਦਾ ਕਰਕੇ ਅੱਜ ਇਨਸਾਨ ਖੜਾ ਕਿੱਥੇ ਹੈ? ਜਿਹੜੇ ਕੁਦਰਤ ਦੀ ਤਬਾਹੀ ਕਰਕੇ ਅੱਜ ਬਰਬਾਦੀ ਇਨਸਾਨ ਦੀ ਹੋ ਰਹੀ ਹੈ, ਬੰਦੇ ਮਰ ਰਹੇ ਨੇ, ਲਾਸ਼ਾਂ ਉਫਣੀਆਂ ਪਈਆਂ ਪਾਣੀ ਦੇ ਵਿੱਚ, ਗਰਕ ਰਹੇ ਨੇ, ਤੇ ਬਿਲਡਿੰਗਾਂ ਡਿੱਗ ਰਹੀਆਂ ਨੇ, ਧਰਤੀ ਗਰਕ ਰਹੀ ਹੈ, ਜੰਗਲੀ ਅੱਗਾਂ ਲੂ ਰਹੀਆਂ ਨੇ, ਸਾਹ ਨਹੀਂ ਆਉਂਦਾ। ਇਹ ਕਿਹਦਾ ਪ੍ਰਣਾਮ ਆ? ਕਿਹਨੇ ਕੀਤੇ? ਕਹਿੰਦਾ ਇਨਸਾਨ ਨੇ। ਉਹ ਕਹਿੰਦਾ ਫਿਰ ਇਨਸਾਨ ਸੌਖਾ ਕੁਦਰਤ ਨੂੰ ਖਰਾਬ ਕਰਕੇ ਕਿ ਔਖਾ? ਨਹੀਂ, ਕੁਦਰਤ ਉਹ ਕਹਿੰਦੇ ਤੁਸੀਂ ਤਾਂ ਆਏ ਹੋ ਇੱਥੇ ਹੁਣ 100 ਸਾਲ ਪਹਿਲਾਂ, ਅਸੀਂ 10,000 ਸਾਲਾਂ ਦੇ ਰਹਿੰਦੇ ਹਾਂ। ਅਸੀਂ ਕੁਦਰਤ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਅੱਗੇ ਤੋਰਦੇ, ਜਿਵੇਂ ਜਿਵੇਂ ਸਾਨੂੰ ਜ਼ਰੂਰਤ ਪੈਂਦੀ ਅਸੀਂ ਜੰਗਲੀ ਜਾਨਵਰਾਂ ਪਿੱਛੇ ਜਾਂ ਹਰਿਆਵਲ ਦੇ ਲਈ ਸਾਡੇ ਜਿਹੜਾ ਅਸੀਂ ਘੋੜੇ ਜਾਂ ਕੁਝ ਵੀ ਰੱਖਦੇ, ਲਾਈਫ ਸਟਾਕ ਰੱਖਦੇ, ਅਸੀਂ ਮੂਵ ਕਰਦੇ, ਬਸ ਹੰਟ ਕਰਦੇ ਅਸੀਂ ਓਨਾ ਚਿਰ ਜਿੰਨੀ ਸਾਨੂੰ ਜ਼ਰੂਰਤ ਆ। ਸਮੋਕ ਕਰਨਾ ਮੀਟ ਦਾ ਕਿੱਥੋਂ ਆਇਆ? ਕਿਉਂਕਿ 50 ਕਿਲੋ ਮੀਟ ਦਾ ਸ਼ਿਕਾਰ ਖੇਲ ਲਿਆ ਅਤੇ 50 ਦੇ ਵਿੱਚੋਂ 50 ਤਾਂ ਖਾ ਨਹੀਂ ਸਕਦੇ 10 ਜਣੇ, 2 ਕਿਲੋ ਖਾ ਲਿਆ, ਬਾਕੀ ਸੀਜ਼ਨਡ ਕਰ ਲਿਆ, ਉਹਦੇ ਵਿੱਚੋਂ ਇਹ ਚੀਜ਼ਾਂ ਨਿਕਲੀਆਂ। ਅਤੇ ਸਾਡੇ ਵਰਗਾ ਸਮੋਕ ਕੀਤਾ ਮੀਟ ਤੁਸੀਂ ਲਿਆਓ, ਕੋਈ ਦੁਨੀਆ ਦਾ ਸ਼ੈਫ ਜਿਹੜਾ ਕਰ ਲਵੇ। ਅਸੀਂ ਕਿਸੇ ਨੂੰ ਨਹੀਂ ਸੀ ਖੇਡਦੇ, ਸਾਨੂੰ ਦਰਖਤ ਸਾਡੇ ਬਾਪ ਲੱਗਦੇ ਹੈ। ਸੈਮਨ ਤੋਂ ਬਿਨਾਂ ਅਸੀਂ ਖਤਮ ਹੋ ਜਾਵਾਂਗੇ। ਸੈਮਨ ਦੇ ਆਲੇ ਦੁਆਲੇ ਸੈਮਨ ਮੁੜ ਕੇ ਕਰੀਕਾਂ ਨੂੰ ਆਉਂਦੀ ਆਪਣੀ ਜਗ੍ਹਾ 'ਤੇ, ਜਿੱਥੋਂ ਸ਼ੁਰੂ ਹੁੰਦੀ ਉੱਥੇ ਆਉਂਦਾ ਪੂੰਗ ਮੁੜ ਕੇ, ਜਾਂ ਪੂੰਗ ਜਿੱਥੋਂ ਸ਼ੁਰੂ ਹੁੰਦਾ ਉੱਥੇ ਵੱਡੀ ਹੋ ਕੇ ਮੁੜ ਕੇ ਆਉਂਦੀ। ਗ੍ਰਿਜ਼ਲੀ ਉਹਨੂੰ ਉੱਪਰ ਛੜੱਪੇ ਮਾਰਦਿਆਂ ਨੂੰ ਖਾਂਦੇ, ਸਭ ਕੁਛ ਕਰਤਾ, ਬਰਬਾਦ ਕਰ ਦਿੱਤਾ। ਅੱਛਾ, ਇਸ ਭਾਈਚਾਰੇ ਦੀ ਇੱਕ ਇਸਤਰੀ ਹੈ ਜਿਸ ਦਾ ਨਾਂ ਅਸੀਂ ਕੋਸ਼ਿਸ਼ ਕੀਤੀ ਹੈ, ਰੋਮਨ ਲੱਗੀ ਹੋਈ ਹੈ ਜੇ ਮਿਲ ਗਈ, ਲੋਰੇਟਾ ਜੌਨ। ਲੋਰੇਟਾ ਹੁਣ ਉਹਨੇ ਕੀ ਹੁੰਦਾ ਤੁਸੀਂ ਇਹ ਦੇਖੋ ਵੀ ਕੁਦਰਤ ਕੀ ਕਰਦੀ ਆ। ਲੋਰੇਟਾ ਜਿਹੜੀ ਪ੍ਰਿੰਸ ਜਾਰਜ ਦੇ ਨੇੜੇ ਫਸਟ ਨੇਸ਼ਨ ਦੀ ਰਹਿਣ ਵਾਲੀ ਹੈ ਅਤੇ ਅੱਜ ਕੱਲ੍ਹ ਡਾਊਨਟਾਊਨ 'ਚ ਕੰਮ ਕਰਦੀ ਹੈ ਆਪਣੇ ਵੈਨਕੂਵਰ। 29 ਮਈ ਨੂੰ ਆਰਟ ਗੈਲਰੀ ਦੇ ਵਿੱਚ ਇੱਕ ਸਭਾ ਹੋਈ, ਸ਼ੋਕ ਸਭਾ, ਕੈਮਲੂਪਸ ਦੀ ਅਨਨੋਨ ਜਿਹੜੀਆਂ ਅਨਮਾਰਕਡ ਜਿਹੜੀਆਂ ਗ੍ਰੇਵਸ ਦੇ ਲਈ। ਉਹ ਵਿਚਾਰੀ ਖੜੀ ਆ ਅੰਤਰ ਧਿਆਨ ਹੋ ਕੇ ਉਸ ਰੱਬ ਨੂੰ, ਮਾਲਕ ਨੂੰ ਖੜੀ ਉਹ ਦੱਸ ਰਹੀ, ਮਿੰਨਤ ਕਰ ਰਹੀ ਹੈ ਕਿ ਬਰਾਬਰਤਾ ਹੋਵੇ ਜਿਸ ਤਰ੍ਹਾਂ ਵੀ, ਅਤੇ ਉਹਦੀ ਪਿਕਚਰ ਖਿੱਚ ਲਈ ਜਾਂਦੀ ਹੈ। ਹੁਣ ਜਿਹੜੇ ਇਹ ਫੋਟੋ ਜਰਨਲਿਸਟ ਨੇ, ਇਹ ਅਲੱਗ ਇੱਕ ਜਰਨਲਿਸਟਾਂ ਦੀ ਟੀਮ ਹੈ ਜਿਹੜੇ ਫੋਟੋਆਂ ਹੀ ਖਿੱਚਦੇ ਆ। ਅੱਛਾ, ਕੁਝ ਕੁ ਦਿਨਾਂ ਬਾਅਦ ਉਹਦੀ ਫੋਟੋ ਆਨਲਾਈਨ $575 ਦੀ ਵਿਕ ਰਹੀ ਸੀ। ਤੁਰਕਿਸ਼ ਇੱਕ ਨਿਊਜ਼ ਏਜੰਸੀ ਨੇ, ਐਨਾਡੋਲੋ ਏਜੰਸੀ ਹੈ, ਉਸਨੇ ਆਨਲਾਈਨ ਪਾ ਦਿੱਤੀ। ਲਾਇਸੈਂਸਡ ਉਹਨੂੰ ਗੈਟੀ ਇਮੇਜਸ ਵਾਲਿਆਂ ਨੇ ਦਿੱਤਾ ਹੋਇਆ $575 'ਚ। ਜਦ ਉਸਨੂੰ ਲੋਰੇਟਾ ਨੂੰ ਇਸ ਚੀਜ਼ ਦਾ ਪਤਾ ਲੱਗਿਆ, ਉਹ ਇੰਨੀ ਹਰਟ ਹੋਈ ਕਿ ਮੇਰੇ ਪ੍ਰਾਈਵੇਟ ਮੂਮੈਂਟ, ਬੰਦੇ ਬੱਚੇ ਸਾਡੇ ਮਰ ਗਏ 200 ਦੇ ਕਰੀਬ, ਮੈਂ ਦੁੱਖ ਦੀ ਘੜੀ, ਅਤੇ ਇਹ ਇਸ ਸਮੇਂ ਵੀ ਉਹਦੇ ਮਾਪੇ ਅਤੇ ਉਹਦੇ ਦਾਦਾ ਦਾਦੀ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਕਟਮ ਨੇ, ਅਤੇ ਆਪ ਉਹ 60 ਸਕੂਪ ਦੀ ਵਿਕਟਮ ਹੈ। ਘਰ ਦੇ ਵਿੱਚ ਜਿਹੜੀ ਜੈਨੋਸਾਈਡ ਦਾ ਕੰਮ ਹੈ ਉਹ 3 ਪੀੜ੍ਹੀਆਂ ਤੋਂ ਹੈ। ਐਡਵਾਂਟੇਜ ਲੈ ਕੇ ਅੱਛਾ, ਹੁਣ ਇਹ ਫਾਈਨ ਲਾਈਨ ਕੀ ਹੈ ਕਿ ਫੋਟੋਗ੍ਰਾਫਰ ਨੇ ਜਿਹੜੇ ਉਹ ਤੁਹਾਡੇ ਪਬਲਿਕ ਇਵੈਂਟਸ ਦੀਆਂ ਫੋਟੋਜ਼ ਲੈ ਸਕਦੇ ਨੇ, ਪਰ ਇੱਕ ਫਾਈਨ ਲਾਈਨ ਹੈ ਕਿ ਪਬਲਿਕ ਇਵੈਂਟ ਦੀ ਉਹਨਾਂ ਨੇ ਕਿਸੇ ਤੋਂ ਕੰਸੈਂਟ ਨਹੀਂ ਲੈਣੀ, ਓਬਵੀਅਸਲੀ ਨਹੀਂ ਲੈਣੀ, ਪਰ ਇੱਕ ਸ਼ੋਕ ਸਭਾ ਹੋ ਰਹੀ ਹੈ ਜਿੱਥੇ ਉਹ ਅੰਤਰ ਧਿਆਨ ਹੋ ਕੇ
ਖੈਰ ਮੰਗ ਰਹੀ ਹੈ ਆਪਣੀ ਆਤਮਾਵਾਂ ਦੀ ਜਿਹੜੀਆਂ ਵਿਛੜ ਚੁੱਕੀਆਂ ਨੇ। ਤੇ ਸਟੇਟ ਰਨ ਇਹ ਤੁਰਕਿਸ਼ ਨਿਊਜ਼ ਆਊਟਲੈਟ ਹੈ, ਉਸਨੇ ਚੱਕ ਕੇ ਖਿੱਚ ਕੇ ਫੋਟੋ ਆਨਲਾਈਨ ਪਾ ਦਿੱਤੀ ਵਿਕਣ। ਉਹ ਬਹੁਤ ਜ਼ਿਆਦਾ ਵਧੀਆ ਸੋਹਣੀ ਇੱਕ ਬਹੁਤ ਅੰਤਰ ਧਿਆਨ ਖੜੀ ਦੀ ਉਹ ਪਿਕਚਰ ਹੈ, ਹੱਥ ਉਹਨੇ ਮੂੰਹ ਤੇ ਰੱਖਿਆ ਹੋਇਆ ਤੇ ਉਹ ਪੜ੍ਹ ਰਹੀ ਹੈ ਜਿਹੜਾ ਕੁਛ ਉਹਨੂੰ ਪੜ੍ਹਨਾ ਚਾਹੀਦਾ। ਅੱਛਾ, ਫਸਟ ਨੇਸ਼ਨ ਦੇ ਕੁਛ ਜਿਹੜੇ ਜਰਨਲਿਸਟ ਨੇ ਉਹ ਕਹਿੰਦੇ ਵੀ ਇਹਦੇ ਚੀਜ਼ ਤੋਂ ਪ੍ਰੋਫਿਟ ਲੈਣਾ, ਨਸਲ ਕੁਸ਼ੀ ਤੋਂ ਪ੍ਰੋਫਿਟ ਲੈਣਾ, ਮਤਲਬ ਉਹ ਕਹਿਣਾ ਨਾ ਬਈ ਕੱਟਾ ਹਾਥੀ ਦਾ ਕੀ ਲੱਗਦਾ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਬਈ ਇਹ ਦੁੱਖ ਦੀ ਦਾਸਤਾਂ ਪਾਉਣ ਦੇ ਲਈ ਤੁਹਾਨੂੰ ਮਹਿਸੂਸ ਕਰਨਾ ਪੈਣਾ ਵੀ ਇਹ ਦੁੱਖ ਹੁੰਦੇ ਕੀ ਨੇ। ਜਦ ਸਟੇਟ ਕੋਈ ਜਾਂ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹ ਸਿਲਸਿਲੇਵਾਰ ਕਤਲ ਕਰਦਾ ਕਿਸੇ ਮਾਈਨੋਰਿਟੀ ਦਾ, ਉੱਥੇ ਪਤਾ ਲੱਗਦਾ ਵੀ 2-2 ਦਿਨ ਕਾਰਨੇਜ ਹੋ ਰਿਹਾ, 48 ਘੰਟੇ ਦੇਸ਼ ਦੀ ਰਾਜਧਾਨੀ 'ਚ ਚੁਣ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ। ਫਿਰ ਉਹ ਪਤਾ ਹੁੰਦਾ ਵੀ ਜੈਨੋਸਾਈਡ ਕਹਿੰਦੇ ਕਿਹਨੂੰ ਨੇ। ਉਹਦੇ ਤੋਂ ਬਾਅਦ 37 ਸਾਲ ਲੰਘਣ ਤੋਂ ਬਾਅਦ ਅਗਲੇ ਨੇੜੇ ਨਹੀਂ ਲੱਗਣ ਦਿੰਦੇ। ਚੱਕ ਕਮਿਸ਼ਨ, ਚੱਲ ਬਣਾ ਰਾਜ ਸਭਾ ਦਾ ਮੈਂਬਰ, ਚੱਕ ਆਹ ਜਸਟਿਸ, ਇਹਨੂੰ ਬਣਾ ਗਵਰਨਰ, ਆਹ ਚੱਕ ਜਸਟਿਸ, ਇਹਨੂੰ ਆਹ ਬਣਾ। ਲਮਕ ਗਈ ਗੱਲ। ਜਿਨ੍ਹਾਂ ਨੇ ਪਿਕਚਰਾਂ ਪਾਈਆਂ ਜਿਹੜੇ ਇਹ ਕਹਿੰਦੇ ਨੇ ਨੈਵਰ ਫੋਰਗੇਟ 84, ਉਹਨੂੰ ਚੱਕ ਕੇ ਉਹਨਾਂ 'ਤੇ ਇਹੋ ਜਿਹੇ ਕੇਸ ਪਾਤੇ ਕਿ ਉਹ ਸਾਹ ਨਹੀਂ ਲੈ ਰਹੇ। ਸੋ ਇਹ ਜਿਹੜੀ ਇੱਕ ਫੋਟੋ ਜਰਨਲਿਸਟ ਨੇ, ਐਂਬਰ ਬ੍ਰੈਕਨ ਨੇ ਇਹ ਗੱਲ ਕੀਤੀ, ਕਹਿੰਦੀ ਵੀ ਇਹ ਬਹੁਤ ਕਈ ਵਾਰ ਇਹੋ ਜਿਹਾ ਸਮਾਂ ਹੁੰਦਾ ਹੈ। ਉਹ ਕਹਿੰਦੀ ਵੀ ਇੱਕ ਬੰਦੇ ਦੀ ਸਿੱਧੀ ਪਿਕਚਰ ਲੈ ਕੇ ਉਸ ਨੂੰ ਪਬਲਿਕ ਕਰਨਾ, ਉਹਦੇ ਲਈ ਕੰਸੈਂਟ ਅਸੀਂ ਲੈਂਦੇ ਹਾਂ, ਪਰ ਅਸੀਂ ਜਿਹੜੀ ਇੱਕ ਪਬਲਿਕ ਗੈਦਰਿੰਗ ਆ ਉਹਦੇ ਵਿੱਚ ਨਹੀਂ ਕੰਸੈਂਟ ਲੈਣਾ। ਪਰ ਉਹ ਪਬਲਿਕ ਗੈਦਰਿੰਗ ਕੀ ਹੈ? ਭੰਗੜਾ ਪੈਂਦਾ, ਇੱਕ ਸ਼ੋਕ ਸਭਾ ਹੋ ਰਹੀ ਹੈ। ਉਹ ਇੱਕ ਜਗ੍ਹਾ 'ਤੇ ਖੜੀ ਲਰੇਟਾ ਦੇਖ ਰਹੀ ਹੈ, ਸੋਚ ਰਹੀ ਹੈ ਵੀ ਸਾਡੇ ਜਵਾਕ, ਤੇ ਹੁਣ ਪਤਾ ਨਹੀਂ ਕਿੰਨੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਹੋਰ ਨੇ, ਤੇ ਉਹਦੇ ਦਾਦਾ ਤੇ ਉਹਦੇ ਪਿਤਾ ਉਸ ਦੇ ਸਰਵਾਈਵਰ ਨੇ। ਉਸ ਤੋਂ ਬਾਅਦ ਉਹ 60 ਸਕੂਪ ਦੀ ਆਪ ਸਰਵਾਈਵਰ ਹੈ, ਤੇ ਉਹਦੀ ਪਿਕਚਰ $550 ਦੀ ਵਿਕ ਰਹੀ ਹੈ, ਉਹਨੂੰ ਦੱਸਿਆ ਬਿਨਾਂ ਆਨਲਾਈਨ। ਸੋਸ਼ਲ ਮੀਡੀਆ 'ਤੇ ਕਿਸੇ ਦੀ ਪਿਕਚਰ ਪਾਉਣ ਦੇ ਲਈ ਕਿੰਨਾ ਤੁਹਾਨੂੰ ਖਿਆਲ ਰੱਖਣ ਦੀ ਲੋੜ ਹੈ। 604 204 0600 604 204 0600। ਕੰਸੈਂਟ ਕਿਹਨੂੰ ਕਹਿੰਦੇ ਨੇ? ਕਿਸੇ ਤੋਂ ਇਜਾਜ਼ਤ ਲੈਣੀ ਉਹ ਕੀ ਹੈ? ਸੋਸ਼ਲ ਮੀਡੀਆ 'ਤੇ ਕਿਸੇ ਦੀ ਪਿਕਚਰ ਪਾਉਣ ਤੋਂ ਪਹਿਲਾਂ ਤੁਹਾਨੂੰ ਕੀ ਸੋਚਣਾ ਚਾਹੀਦਾ? ਕਿੱਥੇ ਖਿਆਲ ਰੱਖਣ ਦੀ ਲੋੜ ਹੈ? ਔਰ ਕਿਹੜੀਆਂ ਪਿਕਚਰਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ? ਇਹ ਜਿਹੜਾ ਅੱਜ ਕੱਲ੍ਹ ਦਾ ਵਤੀਰਾ ਤੁਸੀਂ ਕਈ ਵਾਰ ਵੇਖ ਨਹੀਂ ਸਕਦੇ। ਅੱਛਾ, ਇਹਨਾਂ ਤੋਂ ਮਦਦ ਵੀ ਹੁੰਦੀ ਹੈ ਜੇ ਸੋਸ਼ਲ ਮੀਡੀਆ 'ਤੇ ਕੋਈ ਇਹੋ ਜਿਹੀ ਖਬਰ ਮਿਲ ਜਾਂਦੀ ਹੈ। ਮਸਲਨ ਜਵਾਕ ਹੈ, ਇੱਕ ਸਿੱਖ ਜਵਾਕ ਹੈ, ਆਪਣਾ ਟੱਬਰ ਪਾਲਦਾ, ਕੁਛ ਵੇਚਦਾ। ਪਿਛਲੇ ਦਿਨੀ ਮਨਵੀਰ ਗਰੇਵਾਲ ਨੇ ਮੈਨੂੰ ਭੇਜੀ ਸੀ, ਉਹਦਾ ਪਤਾ ਕਰ ਰਿਹਾ ਜਵਾਕ ਦਾ, ਅਤੇ ਉਹ ਕਹਿੰਦਾ ਮੈਨੂੰ ਆਪਣੇ ਜਵਾਕ ਪਰਿਵਾਰ ਨੂੰ ਸਾਂਭਣ ਦੇ ਲਈ ਕੁਛ ਕਰਨਾ ਪੈਂਦਾ। ਮੇਰੇ ਖਿਆਲ ਕੁਛ ਵੇਚਦਾ, ਮੈਂ ਭੁੱਲ ਗਿਆ ਥੋੜ੍ਹਾ ਜਿਹਾ। ਭੈਣਾਂ ਨੇ ਉਹਦੀਆਂ ਪੂਰਾ ਪਰ 8 ਖਾਨੀ 10 ਖਾਨੀ 12 ਵਰ੍ਹਿਆਂ ਦਾ ਜਵਾਕ ਹੈ। ਅੱਛਾ, ਉਹਦੇ 'ਚੋਂ ਫਾਇਦਾ ਵੀ ਹੁੰਦਾ ਵੀ ਕਿਸੇ ਦੀ ਮਦਦ ਹੁੰਦੀ ਹੈ। ਪਰ ਇਹਨਾਂ ਦੇਸ਼ਾਂ ਦੇ ਵਿੱਚ ਉੱਥੇ ਤਾਂ ਚਲੋ ਫਿਰ ਫਰਕ ਆ। ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਇਸ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਤੁਸੀਂ ਕਿਸੇ ਚੱਕਰ 'ਚ ਨਾ ਪੈ ਜਾਓ। ਅੱਛਾ, ਅਤੇ ਨਾਲ ਹੀ ਸੇਮ ਟੋਕਨ 'ਤੇ ਇਹਨਾਂ ਮੂਲ ਵਾਸੀਆਂ ਦੀ ਜਿਹੜੀ ਇਹ ਮੁਸ਼ਕਲ ਹੈ, ਇਸ ਦੇ ਬਾਰੇ ਕਿਉਂਕਿ ਅਸੀਂ ਤਾਂ ਗੱਲ ਕਰਕੇ ਚਲੇ ਜਾਂਦੇ ਹਾਂ, ਤੁਹਾਡੇ ਅਸੀਂ ਇਨਪੁੱਟ ਨਹੀਂ ਲੈਂਦੇ ਕਦੇ। ਕੀ ਕੈਨੇਡਾ ਦੇ ਵਿੱਚ, ਅੱਜ ਦੇ ਕੈਨੇਡਾ ਦੇ ਵਿੱਚ ਜਿਹੜਾ ਮਨੁੱਖਤਾ ਦੀ ਗੱਲ ਕਰਨ ਵਾਲਾ ਇੱਕ ਸੁਹਿਰਦ ਕੈਨੇਡਾ ਜਿਹਾ ਲੱਗਦਾ ਹੈ, ਉਹਨਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੂੰ ਕਦੇ ਇਨਸਾਫ ਮਿਲੂ ਜਿਹੜੇ ਇਸ ਦੇਸ਼ ਦੇ ਮਾਲਕ ਸੀ? 604 204 0600 604 204 0600। ਸੋਸ਼ਲ ਮੀਡੀਆ 'ਤੇ ਕੋਈ ਵੀ ਪਿਕਚਰ ਪਾਉਣ ਤੋਂ ਪਹਿਲਾਂ ਉਹਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਹੈ।
ਆ ਖਬਰ ਤੁਹਾਡੇ ਨਾਲ ਮੈਂ ਤਾਂ ਹੀ ਸਾਂਝੀ ਕੀਤੀ ਆ ਲੋਰੇਟਾ ਉਹਨਾਂ ਦੀ 604-204-0600 ਤੇ ਇਸ ਦੇ ਬਾਰੇ ਜੇ ਗੱਲਬਾਤ ਤੁਸੀਂ ਕਰਨੀ ਆ ਕੋਈ ਤਾਂ ਕਰ ਸਕਦੇ ਹੋ। ਇੱਕ ਵਿਸ਼ਾ ਹੋਰ ਜਿਹੜਾ ਨਾਲ ਹੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਉਹ ਇਹ ਹੈ ਕਿ ਸਾਡਾ ਬਾਰਡਰ ਅਮਰੀਕਾ ਦੇ ਨਾਲ 16 ਮਹੀਨੇ ਆਲਮੋਸਟ ਹੋ ਗਏ ਬੰਦ ਹੋਏ ਨੂੰ। ਬਹੁਤ ਵੱਡੀ ਗੱਲ ਹੈ। ਜ਼ਿੰਦਗੀ ਜਿਹੜੀ ਹੈ ਬਹੁਤ ਜੁੜੀ ਹੋਈ ਸੀ ਬਾਰਡਰ ਤੋਂ ਆਰ ਪਾਰ। ਪਰਿਵਾਰ ਵਸਦੇ ਹੈ, ਰਿਸ਼ਤੇਦਾਰ ਵਸਦੇ ਆ, ਈਵਨ ਮੀਆਂ ਬੀਵੀ, ਇੱਕ ਕੈਨੇਡੀਅਨ ਹੈ, ਇੱਕ ਅਮਰੀਕਨ ਹੈ, ਦੋਨੇ ਪਾਸੇ ਘਰ ਨੇ। ਬਹੁਤ ਫੋਟੋਆਂ ਛਪੀਆਂ, ਡਿੱਚ ਦੇ ਦੂਜੇ ਬੰਨੇ ਬੈਠੇ, ਉਹ ਦੂਜੇ ਬੰਨੇ ਬੈਠੇ ਗੱਲਾਂ ਕਰ ਰਹੇ ਸੀ, ਕੋਈ ਰੋਕ ਨਹੀਂ ਸਕਦਾ। ਹੁਣ ਇਹ ਬਾਰਡਰ ਜਿਹੜੇ ਨੇ ਇਹ ਖੁੱਲ੍ਹਣੇ ਚਾਹੀਦੇ ਹੈ। ਅਮਰੀਕਾ ਵਾਲੇ ਇੱਧਰੋਂ ਕੈਨੇਡਾ ਵਾਲੇ ਤਾਂ ਕਹਿੰਦੇ ਨੇ ਵੀ ਆ ਜਾਓ, ਅਤੇ ਵਾਸ਼ਿੰਗਟਨ ਵੱਲੋਂ ਹਲੇ ਵੀ ਅਮਰੀਕਾ ਵਾਲੇ ਪਾਸਿਓਂ ਕਦ ਉਹ ਇਹ ਬਾਰਡਰ ਖੁੱਲ੍ਹਣਗੇ ਇਸ ਦੀ ਗੱਲ ਲੋਕਾਂ ਨੂੰ ਹਲੇ ਤੱਕ ਕਲੀਅਰ ਨਹੀਂ ਹੋਈ। ਹਲੇ ਤੱਕ ਉਹ ਬੰਦ ਹੈ, ਨਹੀਂ ਜਾ ਸਕਦੇ। ਅੱਛਾ, ਰੋਕਦੇ ਨਹੀਂ ਹੈ ਜੇ ਤੁਸੀਂ ਕੋਈ ਕੰਮ ਹੈ ਮਤਲਬ, ਪਰ ਕਮਰਸ਼ੀਅਲ ਜਿਵੇਂ ਬਹੁਤ ਫਾਰਮਰ ਨੇ, ਕੋਈ ਸਮਾਨ ਲੈਣ ਜਾਂਦੇ ਨੇ ਪਰਲੇ ਬੰਨੇ, ਉਹਨਾਂ ਨੂੰ ਨਹੀਂ ਕੋਈ ਰੋਕਦਾ। ਟਰੱਕਰ ਸਾਡੇ ਜਾਂਦੇ ਆ। ਕੈਨੇਡਾ ਵਾਲੇ ਪਾਸੇ ਨੂੰ ਤੁਸੀਂ ਜਿਹੜਾ ਉਹ ਕਹਿ ਰਹੇ ਹੋ ਬਈ ਤੁਸੀਂ ਆ ਸਕਦੇ ਹੋ ਅਗਸਤ ਦੇ ਵਿੱਚ, 9 ਅਗਸਤ ਤੋਂ, ਪਰ ਸਾਡੇ ਲਈ ਉਹ ਬਾਰਡਰ ਕਿਉਂ ਨਹੀਂ? ਸੇਮ ਟੋਕਨ ਜੇ ਉੱਧਰੋਂ ਇੱਧਰ ਨੂੰ ਜੇ ਆਉਣਾ ਹੈ ਤਾਂ ਇੱਧਰੋਂ ਉੱਧਰ ਨੂੰ ਕਿਉਂ ਨਹੀਂ ਜਾ ਸਕਦੇ? 604-204-0600 ਇਸ ਸਮੇਂ ਨੇ ਇੱਕ ਇਹਨੂੰ ਵੀ ਨਾਲ ਐਡ ਕਰ ਲਿਓ ਕਿ ਕਿੰਨਾ ਕੁ ਇਫੈਕਟ ਪਾਇਆ ਤੁਹਾਨੂੰ ਨਿੱਜੀ ਤੌਰ ਤੇ, ਕੀ ਮਹਿਸੂਸ ਹੋਇਆ? ਦੇਖੋ, ਦੇਸ਼ ਦੀ ਆਰਥਿਕਤਾ ਲਈ ਤਾਂ ਚੀਜ਼ਾਂ ਬਿਲਕੁਲ ਠੀਕ ਹੈ ਵੀ ਕੈਨੇਡੀਅਨ ਹੋ ਤਾਂ ਕੈਨੇਡਾ ਦੇ ਵਿੱਚ ਹੀ ਸਾਰਾ ਸਮਾਨ ਖਰੀਦੋ, ਪਰ $1.75 ਦੀ ਗੈਸ ਰੈਗੂਲਰ ਪਾਉਂਦਾ ਬੰਦੇ ਦਾ ਹੱਥ ਘੁੰਮਦਾ ਬਈ ਯਾਰ ਭਰ ਜਾ ਭਰ ਜਾ ਭਰ ਜਾ ਭਰ ਜਾ। ਕਿੱਥੇ ਭਰਦੀ ਆ? $125 ਦੀ ਗੱਡੀ ਭਰਦੀ ਆ। ਅਗਲਾ ਕਹਿੰਦਾ ਯਾਰ ਇਹ ਤਾਂ ਫਾਹਾ ਪੈ ਗਿਆ, ਮੈਂ ਕੀ ਕਰਨਾ ਇਹਦੇ ਵਿੱਚੋਂ, ਮੈਂ ਤਾਂ ਅਫੋਰਡ ਨਹੀਂ ਕਰਦਾ ਇਹ ਗੱਡੀ ਰੱਖਣੀ। ਮੈਨੂੰ ਡਾਲਰ ਦੇ ਵਿੱਚ ਗੈਸ ਮਿਲਦੀ ਆ, $1.10 'ਚ ਮਿਲੂਗੀ, ਵੱਧ ਤੋਂ ਵੱਧ 15 ਸੈਂਟ 'ਚ ਮਿਲ ਜੂਗੀ। 50 ਸੈਂਟ ਲੀਟਰ ਦੇ ਬਚਦੇ ਆ ਅਤੇ 70 ਲੀਟਰ ਮੈਂ $35 ਬਚਾ ਕੇ ਲਿਆਉਣੇ ਨੇ। ਦੁੱਧ ਲੈ ਆਊਂਗਾ, ਉਹਦੇ ਨਾਲ ਮੈਨੂੰ ਹੋਰ ਬੱਚਤ ਹੁੰਦੀ ਹੈ। ਇਹ ਜਿਹੜਾ ਇੱਕ ਇਸ਼ੂ ਪੈ ਰਿਹਾ ਕਿ ਬਾਰਡਰ ਜਿਹੜੇ ਨੇ ਕੈਨੇਡੀਅਨਸ ਲਈ ਇਹ ਖੁੱਲ੍ਹਣਗੇ, ਅਮਰੀਕਨ ਲਈ ਖੁੱਲ੍ਹਣਗੇ, ਕੈਨੇਡੀਅਨਸ ਲਈ ਨਹੀਂ ਖੁੱਲ੍ਹਣਗੇ 9 ਤਰੀਕ ਨੂੰ। ਉਹਦਾ ਕੀ ਇੰਪੈਕਟ ਹੈ? ਜਦ ਹੁਣ ਤੱਕ ਦਾ ਤੁਹਾਨੂੰ ਬਹੁਤ ਲੋਕ ਨੇ ਜਿਹੜੇ ਸ਼ਾਪਿੰਗ ਉੱਥੋਂ ਕਰਦੇ ਸੀ ਜਾ ਕੇ, ਬਹੁਤ ਚੀਜ਼ਾਂ ਜਿਹੜੀਆਂ ਨੇ ਉੱਥੋਂ ਖਰੀਦਦੇ ਸੀ ਜਾ ਕੇ, ਅਤੇ ਇਸ ਦੇ ਲਈ ਮੈਂ ਵੀ ਤੁਹਾਡੀਆਂ ਕਾਲਸ ਲੈਣਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਸੀ ਲੋਰੇਟਾ ਜੌਨ ਦੇ ਨਾਲ, ਔਰ ਉਹਦੇ ਨਾਲ ਵੀ ਮੈਂ ਗੱਲਬਾਤ ਉਹਨਾਂ ਨਾਲ ਕਰਨੀ ਚਾਹੁੰਦਾ ਕਿ ਇਹ 29 ਜਿਹੜੀ ਮੈਂ ਗੱਲ ਤੁਹਾਨੂੰ ਦੱਸ ਕੇ ਹਟਿਆ ਕਿ ਉਹਨਾਂ ਦੇ ਨਾਲ ਵੈਨਕੂਵਰ ਆਰਟ ਗੈਲਰੀ ਦੇ ਵਿੱਚ ਜਦ ਉਹ ਇੱਕ ਸਾਰੇ ਰਲ ਕੇ ਡਾਊਨਟਾਊਨ ਦੀ ਈਸਟ ਸਾਈਡ ਦੇ ਵਿੱਚ ਪਬਲਿਕ ਮੈਮੋਰੀਅਲ ਦੇ ਬਾਹਰਲੇ ਬੰਨੇ ਇੱਕ ਸਭਾ ਦੇ ਵਿੱਚ ਖੜੀ ਸੀ, ਸ਼ੋਕ ਦੇ ਰਹੀ ਸੀ, ਹੋਮੇਜ ਕਰ ਰਹੀ ਸੀ, ਤਾਂ ਕੀ ਹੋਇਆ? Hi Loretta, good morning. Good morning. Thank you very much for sparing some time for us for short notice. I was talking to all the listeners about yourself and while I was waiting for your call. So could you tell us what had happened on May 29th? Well, I was just coming from a dentist appointment and I was with my auntie and her daughter. Mm-hmm. And my auntie was a survivor of LeJac Residential School. Mm-hmm. And they were going to go see the memorial, but it was kind of raw for her to go. Mm-hmm. Like, brought up a lot of emotions. Mm-hmm. And so I went after my dentist appointment. I went to the Vancouver Art Gallery because it was
sad to hear from the Kamloops residential school where they found the mass grave of 115, right? Mm-hmm. And they were from the ages of 3 to 10 years old, and that's how old my grandchildren are, from 3 to 10 years. Mm. So it was really overwhelming, and my grandparents and parents went to residential school, LeJac, up in Prince George. It was just very overwhelming, and I went to pay my respects and to pray for the families and the babies that got released to the spirit world. They're not all, they weren't just tossed away. Their journey has started back to the spirit world. Yes. And I was praying, and and I had my spiritual brother. I didn't know he was drumming for me, and he went there to do the same thing, to honor the children, right? Honor the babies, and he went to residential school back east. Mm-hmm. So it was really emotional, and calling the crisis line, because my heart was so broken. It was overwhelming. Yes. To hear the sadness and what happened to the babies. Mm-hmm. And then when I went to work that night, and then they were talking to me about my picture, and I'm like, what do you mean? They go, your picture. BVS took a picture of you, and they showed me, and I'm like, what? And then, I was shocked. I thought they had to ask permission for them to take a picture of somebody, right? Because nobody asked me. They just took our picture, and then, probably about Monday, I was trying to, I made a board at work to honor the children, and we have some survivors where I work, just so that they can make an orange heart and just write something down. And I wanted more pictures of the residential school, and then I saw a picture of me and my spiritual brother, Earl Crow. Yes. And the image was sold to Getty Images. Yes. For $575. Yeah. Yeah. So it was what? I don't know what was going on, but it was just to me, it was we were being exploited. Yes. We were in the time of a prayer for these little babies, and I don't know, I just feel really exploited, and nobody even asked us. Nobody asked. Obviously. Yeah. Anything. Mm-hmm. So, Loretta, the community and this radio station at my show, we were obviously we were involved and tried to give history of indigenous people. And since we got unmarked graves in Kamloops and community involved there, and there was big ride organized by Sikh Riders of Canada. We went there, and we did prayer there along with your nation there. And since then, I was continuing doing a show every week on Thursday, and brought all the guests, a variety of guests from Atlantic to coast. And since we were working on your story, and it is so shocking. Your parents and grandparents were also survivors of residential schools. The grandparents and parents, did they tell you some stories about their time in residential schools? No. They just they carried their secrets to the grave. Oh. They were very. Everybody just really drank themselves to death because of the. My mom was 30 when she passed away. Oh. And my dad was only 50, same age as me. Actually, my dad was 55. I'm 53, and I remember my uncle sharing stories what happened to them, the abuse and the neglect and the hunger,
that they went through, Mm-hmm. and some of them sharing about how the babies went into this one room, or their cousins, and they never came back out. So they all tried to want to go in this room because they thought that they went home, Mm-hmm. right? And then when they went home, they weren't there, so that they were confused of where did they go. Where did they go? Yes. And how about your story, Loretta's 60 Scoop? Where you were Yeah. stripped? I was, after my mom passed away, we were put into the foster home Oh my goodness. in the village, right? Like, I'm from Prince George, and the band was called Fort George, but now it's called Point Whitney. Mm-hmm. But my brothers and my sister and I were all put in this foster home, and they were from Quebec, and they were very abusive. Like they didn't even treat us like they probably thought they treated us really well, but like we were bathed in bleach because we were dirty Indians. That's what they told us. Goodness. And then we were never allowed to sit in the living room or on the couch or on the rug because we were dirty Indians. And I said, no, you bath us in bleach. And she would always smack us. Like, my brothers always got smacked with the belt or a belt buckle. They washed you with bleach? Yeah. Where it was? In Quebec? No, it was in Prince George. And the family they were from Quebec? From Quebec. They were from Quebec. Oh my goodness. How many years you lived there? Until we all ran away. You know, I was 15 when I left because they moved us to Vernon, my sister and I, but all my brothers left. They moved back to their reservation, and then I moved back to the reservation to be with my dad, and because it was really abusive still. So from 15 to 55, at the time, as you are 50 plus now, how was that time went from 50 to 15 to 50? You know, like it was really overwhelming, you know, like, so when they had that Truth and Regulation in Vancouver, Mm-hmm. like when the government wanted to start making amends with everybody from the residential schools, and I think they just shared, like, you know, like, oh, you guys can continue to hate priests and nuns, right? Because that's how abusive they were. I said, you know, it wasn't priests and nuns that hurt me. It was my own relatives, because that's what they were taught in those schools, right? I said, so I had to learn to forgive my family because they did that to me, right? And it was like a big healing journey. And then I became a mother of 3 girls. Okay. Right? Blessed. And I was an alcoholic mom. Mm-hmm. So, like, my daughters had to live through my alcoholism, and I worked, you know, but, you know, like, it was just like a historical trauma that we've all lived, right? Because my late father was a raging alcoholic, but when he was sober, he was the provider. He was a fisherman of the village. He was the hunter, you know, like, he always made sure families were fed, and he took care of them, right? So, like, you know, like, take the good and leave the rest, right? Yes. And then I started my healing journey. I've been clean and sober for 11 years now, and Very good. So good of you. So nice of you. yeah, and I'm a grandmother. I have 6 grandchildren, so, you know, like, they get the best of me, but, you know, my daughters are healing, right? Like, and I wasn't able to heal with my mom or my dad. Mm-hmm. And, you know, what they lived through was, I know. from hearing from my aunties and everybody what they went through. Like, my Auntie Betsy, she's the matriarch of our family, and, like, what they put her through was so, like, she shared, and, like, I don't have permission to share her story, but, you know, it was, like, very overwhelming. Loretta, how are the siblings? Your brother and sister, where they are now? Are they doing good? We all live everywhere in BC. Like, That's good.
we weren't really close, but you know, everybody's going through their own healing journey. You know, everybody like, we all went through a traumatic experience living in that foster home, right? So all life went through this, the healing and alcoholism, the drugs, and that's what we got here. So this band is near Prince George. Do you visit them back? Yeah. I go up there. Like, I don't go up there very often, but my oldest daughter, just moved back home about a year and a half ago. Mm-hmm. So she lives up there with her two children, right? And they're going to be doing a memorial walk on the 31st of July. Mm-hmm. They'll be walking from LeJac all the way to Fort George Park in Prince George. Mm-hmm. And they're honoring the survivors and the ones who didn't make it home. And my granddaughter will be up there doing that walk for our family. Like, I have aunties and uncles that are still living, and you know, they all went to that school with Jack, and it was very, like, hearing their stories, it's very overwhelming. And my spiritual brother, who is in the picture with me while he's drumming, you know, like, he's not doing very well, and you know, like, he's a survivor, and he always gives his best, always helps out with the downtown east side with the brothers and sisters who are down there lost, and he's always using his medicines to help them, you know, like, always praying for everybody, you know, like, to get out of that situation. And you know, like, he's not doing well, and you know, it made me really sad to see how much it's taken a toll on his spirit. Yes. Loretta, I have to leave it here. I'm running out of time. I feel so sorry, and to be part of your this life, not saying that, listening your story, and we would like to invite you soon in our studio. Then we'll spend whole hour to share your the life history, the life with all the listeners, and we will try to put our we will do our best wishes along when we are sharing your story, and hope we can heal your wounds. And it is so tragic, and the nation like Canada, we are human rights ambassador of world, and this is I know there is some truth and reconciliation, and mostly these are all political agendas around, and there's a new chapter started of one of Mark Graves. And thank you so much again for sparing some time with us, and we will see you soon in studio. We will plan your trip. Oh, thank you for listening. Thank you so much. Thank you. Thank you. Okay, choose. ਕਿਹੜਿਆਂ ਦਰਦਾਂ ਦੀ ਗੱਲ ਕਰੋਗੇ ਤੁਸੀਂ? ਸੁਣਿਆ ਤੁਸੀਂ ਵੀ ਬਲੀਚ ਨਾਲ ਕਹਿੰਦੇ ਸਾਨੂੰ ਧੋਂਦੇ ਰਹੇ, ਯੂ ਆਰ ਡਰਟੀ ਇੰਡੀਅਨਸ ਹੂ ਓਨਸ ਦਿਸ ਲੈਂਡ, ਦੇਸ਼ ਦੇ ਮਾਲਕ ਨੇ ਜਿਹੜੇ। ਇਸ ਤਰ੍ਹਾਂ ਹੁੰਦੀਆਂ ਗੁਲਾਮੀਆਂ, ਇਸ ਤਰ੍ਹਾਂ ਕੌਮਾਂ ਦੇ ਚਿਹਰੇ ਜਿਹੜੇ ਕਰੂਪ ਹੋ ਜਾਂਦੇ ਨੇ ਜਦੋਂ ਗੁਲਾਮ ਹੋ ਜਾਂਦੀਆਂ ਨੇ। ਕੈਸਰ ਭੈਣ ਜੀ, ਮੇਰੇ ਕੋਲ 30 ਸੈਕਿੰਡ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਮੈਂ ਬਸ ਇਹੀ ਕਹਿਣਾ ਸੀ, ਮੈਂ ਤੇ ਹਲੇ 10-15 ਮਿੰਟ ਹੀ ਸੁਣਿਆ ਹੈ ਜੀ, ਤੇ ਅਫਸੋਸ ਲੱਗਾ ਕਿ ਚਿੱਟੀਆਂ ਚਮੜੀਆਂ ਤੇ ਕਾਲੇ ਦਿਲ। ਆਪ ਇਹਨਾਂ ਨੇ ਦੇਖ ਲਓ, ਹਾਦਸਾ ਵਾਲੀਆਂ ਨੇ ਕੁਝ ਕਹਿਤਾ ਸੀ ਫੋਰਨ ਐਕਸ਼ਨ, ਜਿਨ ਆਪਣੀ ਵਾਰੀ ਇਹ ਇੰਨੇ ਹੀ ਹੁੰਦੇ, ਕਿਉਂਕਿ ਉਹ ਫਿਰ ਆਪਣਾ ਜੁਰਮ ਜਿਹੜਾ ਹੁੰਦਾ ਅੰਦਰ ਬੰਦੇ ਨੂੰ ਦਿਸਦਾ ਹੋਵੇ, ਤੇ ਉਹਨਾਂ ਦੇ ਨਾਲ ਕਿੰਨਾ ਜ਼ੁਲਮ ਹੋਇਆ, ਕਿਸ ਤਰ੍ਹਾਂ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ। ਹਾਲੇ ਵੀ ਹੁਣ ਤਰੀਕੇਕਾਰ ਬਦਲ ਲਿਆ ਹੋਵੇ ਕਿ ਹੁਣ ਨਸ਼ਿਆਂ ਤੇ ਲਾ ਕੇ ਇੱਧਰੋਂ ਲਾ ਕੇ ਨਸਲਕੁਸ਼ੀ ਦਾ ਦੂਸਰਾ ਤਰੀਕਾ, ਠੰਡਾ ਮਿੱਠਾ। ਬਿਲਕੁਲ ਜੀ, ਮੇਰੇ ਕੋਲ ਸਮਾਂ ਅੱਜ ਘੱਟ ਹੈ, ਤੇ ਫਿਰ ਮੈਂ ਕਿਸੇ ਦਿਨ ਲੋਰੇਟਾ ਨੂੰ ਸੱਦਾਂਗਾ, ਤੇ ਤੁਸੀਂ ਪਲੀਜ਼ ਫਿਰ ਫੋਨ ਕਰਨਾ। ਧੰਨਵਾਦ ਬਹੁਤ ਬਹੁਤ ਭੈਣ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਮੰਗਲਵਾਰ ਤੁਹਾਡੀ ਸੇਵਾ ਦੇ ਵਿੱਚ ਮੈਂ ਆਵਾਂਗਾ ਜੀ। ਕੱਲ ਨੂੰ ਡਾਕਟਰ ਸ਼ਿੰਦਰ ਪੁਰੇਵਾਲ
ਤੁਹਾਡੀ ਸੇਵਾ ਦੇ ਵਿੱਚ ਵਾਪਸ ਆ ਰਹੇ ਨੇ ਮੇਰੇ ਵਾਲੇ ਇਸ ਸ਼ੋਅ ਦੇ ਵਿੱਚ 9 ਤੋਂ 11 ਵਜੇ ਤੱਕ। ਅਤੇ ਫਿਰ ਅਗਸਤ 2 ਨੂੰ ਉਹਨਾਂ ਨੇ ਕਿਹਾ ਹੋਇਆ ਵੀ ਉਹ ਆਪਣਾ ਸ਼ੋਅ ਸਾਂਭਣਗੇ। ਅਤੇ ਸੋਮਵਾਰ ਦੀ ਛੁੱਟੀ ਆ ਲੌਂਗ ਵੀਕਐਂਡ ਦੀ, ਮੰਗਲਵਾਰ 9:15 ਵਜੇ ਗੁਰੂ ਨੇ ਚਾਹਿਆ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ।